ਸਾਡਾ ਸਮਾਜ ਇਸ ਕਰਕੇ ਪਛੜਿਆ ਹੋਇਆ ਹੈ ਕਿ ਅਸੀਂ ਵਿਅਕਤੀ ਵਿਸ਼ੇਸ਼ ਨੂੰ ਤਾਂ ਫੋਲੋ ਕਰਦੇ ਹਾਂ ਪਰ ਵਿਚਾਰਧਾਰਾ ਨੂੰ ਫੋਲੋ ਨਹੀਂ ਕਰਦੇ। ਇਹ ਮਹਾਨ ਸਤਰਾਂ ਜਿਹੜੀਆਂ ਨੇ, ਮਹਾਨ ਦਾਰਸ਼ਨਿਕ ਸੰਤ, ਮਹਾਨ ਬਹੁਜਨ ਨਾਇਕ ਸਭ ਸ਼੍ਰੀ ਕਾਂਸ਼ੀ ਰਾਮ ਜੀ ਦੀਆਂ ਹਨ। ਅਤੇ ਅੱਜ ਅਸੀਂ ਪਹੁੰਚੇ ਹਾਂ ਰੋਪੜ ਦੇ ਪਿੰਡ ਪੰਜੋਲਾ ਵਿਖੇ, ਜਿੱਥੋਂ ਦੇ ਸ਼ਖਸ ਹਨ ਦੀਪ ਸਿੰਘ ਰਾਹੀ। ਦੀਪ ਸਿੰਘ ਰਾਹੀ ਸੁੰਦਰ ਨਗਰ ਵਿੱਚ ਮੁਲਾਜ਼ਮ ਸੀ ਅਤੇ ਉੱਥੋਂ ਉਹਨਾਂ ਨੂੰ ਬਹੁਜਨ ਮੂਵਮੈਂਟ ਦੀ ਚੇਟਕ ਲੱਗੀ। ਬਹੁਜਨ ਮੂਵਮੈਂਟ ਦੀ ਚੇਟਕ ਉਹਨਾਂ ਨੂੰ ਕਿੱਦਾਂ ਲੱਗੀ, ਉਹ ਬਹੁਜਨ ਮੂਵਮੈਂਟ ਨਾਲ ਕਿੱਦਾਂ ਜੁੜੇ, ਅਸੀਂ ਉਹਨਾਂ ਦੀ ਹੀ ਜ਼ੁਬਾਨੀ ਸੁਣਨ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਦੀਪ ਸਿੰਘ ਰਾਹੀ ਜੀ, ਤੁਹਾਡਾ ਸਵਾਗਤ ਹੈ। ਥੈਂਕ ਯੂ, ਵੈਲਕਮ ਇੱਥੇ ਆਉਣ 'ਤੇ ਤੁਹਾਡਾ। ਦੀਪ ਸਿੰਘ ਰਾਹੀ ਜੀ, ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਵੀ ਬਹੁਜਨ ਮੂਵਮੈਂਟ ਵਿੱਚ ਤੁਹਾਡਾ ਪ੍ਰਵੇਸ਼ ਕਿੱਦਾਂ ਹੋਇਆ, ਜਾਂ ਸਾਹਿਬ ਨਾਲ ਤੁਹਾਡਾ ਰਾਬਤਾ ਕਿਵੇਂ ਹੋਇਆ? ਇਸ ਤਰ੍ਹਾਂ ਹੋਇਆ ਜੀ ਕਿ ਸੁੰਦਰ ਨਗਰ ਦੇ ਵਿੱਚ ਜਿਹੜੀ ਮੁਲਾਜ਼ਮ ਵਿੰਗ ਦੀ ਇੱਕ ਫੈਡਰੇਸ਼ਨ ਬਣੀ ਹੋਈ ਸੀ, ਸ਼ਡਿਊਲਡ ਕਾਸਟ ਫੈਡਰੇਸ਼ਨ ਉਸ ਦਾ ਨਾਂ ਸੀਗਾ। ਅਤੇ ਲੋਕਾਂ ਦੇ, ਮੁਲਾਜ਼ਮਾਂ ਦੇ ਛੋਟੇ ਮੋਟੇ ਕੇਸ ਜਿਹੜੇ ਉਸ ਮਾਧਿਅਮ ਨਾਲ ਹੱਲ ਹੁੰਦੇ ਸੀਗੇ, ਅਤੇ ਉਸ ਦਾ ਮੈਂ ਜਨਰਲ ਸੈਕਟਰੀ ਬਣਾਇਆ ਗਿਆ ਸੀ। ਅਤੇ ਉਸ ਦੇ ਨਾਤੇ ਮੇਰਾ ਸਮਾਜ ਦੇ ਵਿੱਚ, ਸ਼ਡਿਊਲਡ ਕਾਸਟ ਸਮਾਜ ਦੇ ਵਿੱਚ ਰਾਬਤਾ ਬਣਿਆ ਰਹਿੰਦਾ ਸੀਗਾ। ਤਾਂ ਉਹਨਾਂ ਦਿਨਾਂ ਦੇ ਵਿੱਚ ਸਾਹਿਬ ਕਾਂਸ਼ੀ ਰਾਮ ਜੀ ਸੁੰਦਰ ਨਗਰ ਦੇ ਵਿੱਚ ਆਉਂਦੇ ਸੀਗੇ। ਰਵਿਦਾਸ ਮੰਦਰ, ਸ੍ਰੀ ਗੁਰੂ ਰਵਿਦਾਸ ਮੰਦਰ ਵਿੱਚ ਆ ਕੇ ਉਹ ਇਹ ਢੂੰਡਦੇ ਰਹਿੰਦੇ ਤੇ ਲੱਭਦੇ ਰਹਿੰਦੇ ਤੇ ਕਿ ਮੈਨੂੰ ਕੋਈ ਅੱਛੇ ਬੰਦੇ ਮਿਲਣ ਜਿਹੜੇ ਉਹਨਾਂ ਦੀ ਮੂਵਮੈਂਟ ਨੂੰ ਸਮਝਣ ਲਈ ਉਹਨਾਂ ਦਾ ਸਾਥ ਦੇਣ, ਅਤੇ ਸਮਝਣ ਤੋਂ ਬਾਅਦ ਉਹ ਮੂਵਮੈਂਟ ਦੇ ਨਾਲ ਰਲ ਕੇ ਮੂਵਮੈਂਟ ਨੂੰ ਅੱਗੇ ਵਧਾਉਣ। ਇਸ ਸੰਬੰਧ 'ਚ ਉਹ ਸੁਣਿਆ ਬਈ 2 ਵਾਰੀ ਪਹਿਲਾਂ ਆਏ ਉੱਥੇ, ਕਿਸੇ ਨੇ ਹੱਥ ਪੱਲਾ ਉਹਨਾਂ ਨੂੰ ਨਹੀਂ ਫੜਾਇਆ। ਇਹ ਸਭ ਦੇ ਜ਼ਬਾਨੀ ਮੈਂ ਸੁਣੀ ਹੈ ਗੱਲ। ਅਤੇ ਫਿਰ ਇੱਕ ਦਿਨ ਇੱਕ ਚਿੱਠੀ ਸ੍ਰੀ ਗੁਰੂ ਰਵਿਦਾਸ ਮੰਦਰ ਸੁੰਦਰ ਨਗਰ ਕਲੋਨੀ, BSL ਕਲੋਨੀ ਸੁੰਦਰ ਨਗਰ, ਡਿਸਟ੍ਰਿਕਟ ਮੰਡੀ, ਹਿਮਾਚਲ ਪ੍ਰਦੇਸ਼ ਆਈ। ਉਹ ਚਿੱਠੀ ਬਹੁਜਨ ਮੁਲਾਜ਼ਮਾਂ ਦਾ ਜਿਹੜਾ ਸੰਸਥਾ ਸੀ ਬਾਮਸਿਫ, ਇਸ ਦਾ ਕੋਈ ਰੀਜਨਲ ਆਫਿਸ ਸੀਗਾ ਚੰਡੀਗੜ੍ਹ, ਉਸ ਦਫ਼ਤਰ ਵੱਲੋਂ ਗਈ। ਔਰ ਬਿਸ਼ਨ ਦਾਸ ਜੀ ਜੋ ਉਸ ਟਾਈਮ ਅਸਿਸਟੈਂਟ ਤੇ ਅਕਾਊਂਟਸ ਦੇ ਉਸ ਪ੍ਰੋਜੈਕਟ 'ਤੇ, ਔਰ ਉਹ ਗੁਰਦਾਸਪੁਰ ਜ਼ਿਲ੍ਹੇ ਨੂੰ ਬਿਲੋਂਗ ਕਰਦੇ ਤੇ, ਔਰ ਮਹਾਸ਼ਾ ਬਰਾਦਰੀ ਨਾਲ ਸੰਬੰਧਿਤ ਤੇ, ਉਹ ਜਨਰਲ ਸੈਕਟਰੀ ਬਣੇ ਹੋਏ ਸੀਗੇ ਉੱਥੇ ਰਵਿਦਾਸ, ਸ੍ਰੀ ਗੁਰੂ ਰਵਿਦਾਸ ਮੰਦਰ ਸਭਾ ਦੇ। ਅਤੇ ਉਹ ਚਿੱਠੀ ਲੈ ਕੇ ਮੇਰੇ ਕੋਲ ਆ ਗਏ। ਮੇਰੀ ਔਰ ਸ਼੍ਰੀ ਬਿਸ਼ਨ ਦਾਸ ਜੀ ਦੀ ਡਿਊਟੀ ਇੱਕੋ ਦਫ਼ਤਰ ਵਿੱਚ ਸੀ ਉਸ ਟਾਈਮ। ਅਤੇ ਉਹ ਮੈਨੂੰ ਕਹਿਣ ਲੱਗੇ, ਬਤੌਰ ਜਨਰਲ ਸੈਕਟਰੀ ਸ਼ਡਿਊਲਡ ਕਾਸਟ ਫੈਡਰੇਸ਼ਨ, ਉਹ ਮੈਨੂੰ ਸਿੰਘ ਕਰਕੇ ਬੁਲਾਉਂਦੇ ਅਤੇ ਕਹਿੰਦੇ, ਸਿੰਘ ਆ ਦੇਖੀ ਯਾਰ, ਕਿਆ ਇਹ ਚਿੱਠੀ ਮੇਰੀ ਤਾਂ ਸਮਝ 'ਚ ਨਹੀਂ ਆਈ, ਤੂੰ ਪੜ੍ਹ ਕੇ ਮੈਨੂੰ ਸਮਝਾ ਕਿਆ ਕਹਿ ਰਹੀ ਹੈ ਚਿੱਠੀ। ਮੈਂ ਪੜ੍ਹੀ ਚਿੱਠੀ। ਉਹ ਬਾਮਸਫ ਦੇ ਰੀਜਨਲ ਆਫਿਸ ਚੰਡੀਗੜ੍ਹ ਤੋਂ ਗਈ, ਔਰ ਉਹਦੇ ਵਿੱਚ ਉਹਨਾਂ ਨੇ ਇਨਵੀਟੇਸ਼ਨ ਦਿੱਤੀ ਸੀ ਕਿ ਪੰਚਾਇਤ ਭਵਨ ਚੰਡੀਗੜ੍ਹ ਦੇ ਵਿੱਚ ਇੱਕ ਕਾਨਫਰੰਸ ਹੋਣੀ ਹੈ ਰੀਜਨਲ, ਉਹਦੇ ਵਿੱਚ ਕੁਝ ਬੰਦੇ ਪਹੁੰਚਣ ਦੀ ਕੋਸ਼ਿਸ਼ ਕਰੋ ਅਤੇ ਸਾਹਿਬ ਕਾਂਸ਼ੀ ਰਾਮ ਜੀ ਦੇ ਵਿਚਾਰ ਸੁਣੋ। ਕੋਈ ਵਿਚਾਰਧਾਰਾ ਦੇ ਉੱਤੇ ਉਹਨਾਂ ਨੇ ਗੱਲਬਾਤ ਕਰਨੀ ਹੈ। ਅਤੇ ਇਹ ਗੱਲ ਉਹਦੇ 'ਚ ਲਿਖੀ ਸੀ। ਫਿਰ ਮੈਂ ਸਮਝਾਈ ਬਿਸ਼ਨ ਦਾਸ ਨੂੰ ਵੀ ਇਸ ਤਰ੍ਹਾਂ ਕਰੋ, ਫਿਰ 5, 7, 10 ਬੰਦੇ ਜਿੰਨੇ ਜਾ ਸਕਦੇ ਆਪਾਂ ਚੱਲੀਏ ਉੱਥੇ, ਮੈਂ ਵੀ ਖੁਦ ਚੱਲਾਂਗਾ। ਸੁਣਨਾ ਚਾਹੀਦਾ ਸਾਨੂੰ। ਅਗਰ ਕੋਈ ਇਸ ਤਰ੍ਹਾਂ ਦੀ ਅੱਛੀ ਗੱਲ ਸਾਨੂੰ ਮਿਲਦੀ ਹੈ ਤਾਂ ਜ਼ਿੰਦਗੀ ਦੇ ਵਿੱਚ ਅੱਛੀਆਂ ਗੱਲਾਂ ਸਿੱਖਣੀਆਂ ਚਾਹੀਦੀਆਂ, ਜਿਸ ਨੂੰ ਸਿੱਖ ਕੇ ਅਸੀਂ ਕਿਸੇ ਦਾ ਸਹਿਯੋਗ ਕਰਕੇ ਸਮਾਜ ਦੇ ਵਿੱਚ ਕੋਈ ਲਹਿਰ ਬਣਾ ਸਕੀਏ ਜਾਂ ਲਹਿਰ ਨੂੰ ਅੱਗੇ ਤੋਰ ਸਕੀਏ, ਤਾਂ ਸਾਨੂੰ ਜ਼ਰੂਰ ਜਾਣਾ ਚਾਹੀਦਾ, ਸਾਨੂੰ ਭਾਗ ਲੈਣਾ ਚਾਹੀਦਾ। ਤਾਂ ਇਸ ਸੰਬੰਧ 'ਚ ਅਸੀਂ ਚਲੇ ਗਏ ਪੰਚਾਇਤ ਭਵਨ ਚੰਡੀਗੜ੍ਹ।
ਜਦੋਂ ਚੰਡੀਗੜ੍ਹ ਪਹੁੰਚੇ ਤਾਂ ਉੱਥੇ ਸਾਹਿਬ ਖੁਦ ਸਟੇਟ ਸੈਕਟਰੀ ਦਾ ਵੀ ਕੰਮ ਕਰ ਰਹੇ ਤੇ ਸਾਹਿਬ ਕਾਂਚੀ ਰਾਮ ਜੀ। ਅਤੇ ਜਦੋਂ ਬੁਲਾਰੇ ਬੋਲ ਜਾਂਦੇ ਸੀਗੇ ਅਤੇ ਮੇਰੇ ਸਾਥੀਆਂ ਨੇ ਮੇਰਾ ਨਾਂ, ਜਦੋਂ ਸਾਡੀ ਵਾਰੀ ਆਈ ਹਿਮਾਚਲ ਦੇ ਸਾਥੀਆਂ ਦੀ, ਤਾਂ ਅਸੀਂ ਸੁੰਦਰ ਨਗਰ ਇੱਕ ਤਹਿਸੀਲ ਹੈ ਡਿਸਟ੍ਰਿਕਟ ਮੰਡੀ ਹਿਮਾਚਲ ਪ੍ਰਦੇਸ਼ 'ਚ। ਉਹ ਸਾਡਾ BSL ਪ੍ਰੋਜੈਕਟ, ਬਿਆਸ ਸਤਲੁਜ ਲਿੰਕ ਪ੍ਰੋਜੈਕਟ ਜਿਹੜਾ ਬਣਿਆ ਸੀ, ਬਾਅਦ 'ਚ BBME ਦੇ ਅੰਡਰ ਆਇਆ, ਉੱਥੇ ਹੈੱਡ ਆਫਿਸ ਸੀਗਾ ਸੁੰਦਰ ਨਗਰ। ਅਤੇ ਉੱਥੋਂ ਅਸੀਂ 6 ਬੰਦੇ ਆਏ, ਜਿਨ੍ਹਾਂ ਵਿੱਚ ਇੱਕ ਜਲੰਧਰ ਨਕੋਦਰ ਦਾ ਮੀਤ ਰਾਮ ਕਲਰਕ ਸੀਗਾ, ਅਤੇ ਮੈਂ ਅਕਾਊਂਟਸ ਦਾ ਅਸਿਸਟੈਂਟ ਸੀਗਾ, ਔਰ ਬਿਸ਼ਨ ਦਾਸ ਵੀ ਅਕਾਊਂਟਸ ਅਸਿਸਟੈਂਟ। ਅਤੇ 3 ਬੰਦੇ ਅਸੀਂ ਲੋਕਲ ਲਏ, ਮਾਸਟਰ ਬਹਾਦਰ ਸਿੰਘ ਪਿੰਡ ਚਾਂਬੀ, ਅਤੇ ਡਾਕਖਾਨਾ ਔਰ ਤਹਿਸੀਲ ਸੁੰਦਰ ਨਗਰੇ ਦੀ, ਨੇੜੇ ਸੀ ਸਾਡੀ ਕਲੋਨੀ ਦੇ, BSL ਕਲੋਨੀ ਦੇ। ਉਹ B.Ed ਟੀਚਰ ਸਨ ਰਵਿਦਾਸੀਆ ਕਮਿਊਨਿਟੀ ਵਿੱਚੋਂ। ਅਤੇ 2 ਬੰਦੇ ਹੋਰ ਸੀਗੇ, ਉਹ ਸੈਲਫ ਇੰਪਲਾਈਡ ਗਿਣ ਸਕਦੇ ਅਸੀਂ ਉਹਨਾਂ ਨੂੰ, ਪ੍ਰਾਈਵੇਟ ਬਿਜ਼ਨਸ ਵਾਲੇ ਸੀਗੇ। ਅਤੇ ਅਸੀਂ 6 ਬੰਦੇ ਸੀਗੇ। ਉਹਨਾਂ ਨੇ ਸਾਰਿਆਂ ਨੇ ਮੇਰਾ ਨਾਂ ਪ੍ਰਪੋਜ਼ ਕਰ ਦਿੱਤਾ ਵੀ ਤੁਸੀਂ ਬੋਲੋ। ਅਤੇ ਮੈਂ ਜਦੋਂ ਵਾਰੀ ਆਈ ਤਾਂ ਮੈਂ ਬੋਲਿਆ, ਅਤੇ ਸਾਹਿਬ ਨੇ ਪਹਿਲਾਂ ਕਿਹਾ ਕਿ ਤੁਸੀਂ ਇਹ ਜੋ ਹੁਣ ਤੱਕ ਸੁਣਿਆ ਇਹਦੇ ਪਰ, ਔਰ ਸੁਣ ਕੇ ਤੁਹਾਡਾ ਕਿਆ ਵਿਚਾਰ ਬਣਿਆ, ਇਹਦੇ ਪਰ ਕਮੈਂਟਸ ਦੇਣੇ। ਠੀਕ ਹੈ, ਮੈਂ ਸਟੇਜ 'ਤੇ ਗਿਆ, ਅਤੇ ਪਹਿਲੀ ਗੱਲ ਮੈਂ ਉਹਨਾਂ ਨੂੰ ਇਹੀ ਕਹੀ ਵੀ ਜੋ ਸਾਹਿਬ ਕਾਂਚੀ ਰਾਮ ਜੀ, ਉਸ ਟਾਈਮ ਤਾਂ ਸਾਨੂੰ ਪਹਿਲੀ ਵਾਰੀ ਪਤਾ ਲੱਗਿਆ ਵੀ ਇਹਨਾਂ ਨੂੰ ਸਾਹਿਬ ਕਹਿੰਦੇ, ਅਤੇ ਮੈਂ ਸਾਹਿਬ ਨਹੀਂ ਸੀ ਬੋਲਿਆ, ਕਾਂਚੀ ਰਾਮ ਜੀ ਉਹ ਬੋਲਿਆ ਵੀ ਕਾਂਚੀ ਰਾਮ ਜੀ ਜੋ ਬੋਲ ਰਹੇ ਹੈ, ਇਹ ਗੱਲਾਂ ਮੈਂ ਲੌਰੀ ਰਾਮ ਬਾਲੀ ਤੋਂ ਵੀ ਸੁਣੀਆਂ ਹੋਈਆਂ, ਕਿਉਂਕਿ ਲੌਰੀ ਰਾਮ ਬਾਲੀ ਜਲੰਧਰ ਦੇ ਸਨ, ਹੁਣ ਵੀ ਸ਼ਾਇਦ ਹੋਵੇਂ। ਉਹ ਸੁੰਦਰ ਨਗਰ ਬੁਲਾਉਂਦੇ ਹੁੰਦੇ ਸੀ ਸ੍ਰੀ ਗੁਰੂ ਰਵਿਦਾਸ ਮੰਦਰ ਵਾਲੇ, ਕਿਸੇ ਖਾਸ ਵਿਸ਼ੇਸ਼ ਟਾਈਮ 'ਤੇ ਉਹਨਾਂ ਨੂੰ ਬੁਲਾਉਂਦੇ ਸੀ। ਉਹਨਾਂ ਦੇ ਮੈਂ ਭਾਸ਼ਣ ਸੁਣੇ, ਔਰ ਮੈਂ ਉਹਨਾਂ ਦੀ ਅਨੁਵਾਦਿਤ ਕਿਤਾਬ ਹੈ ਸ਼ਾਇਦ ਲਾਈਫ ਐਂਡ ਮਿਸ਼ਨ ਆਫ ਰਿਟਨ ਬਾਈ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ, ਉਹ 1973 'ਚ ਪੜ੍ਹੀ ਹੋਈ ਸੀ। ਅਤੇ ਇਸ ਕਰਕੇ ਇਹੀ ਗੱਲ ਮੈਂ ਉੱਥੇ ਕਹਿ ਦਿੱਤੀ ਕਿ ਮੈਂ ਉਹਨਾਂ ਤੋਂ ਵੀ ਸੁਣੀਆਂ, ਔਰ ਕਿਤਾਬ 'ਚ ਵੀ ਮੈਂ ਪੜ੍ਹੀਆਂ ਇਹ, ਅਤੇ ਇਹਨਾਂ 'ਚ ਮੈਨੂੰ ਕੋਈ ਖਾਸ ਅੰਤਰ ਨਹੀਂ ਲੱਗਿਆ। ਔਰ ਅੱਛਾ ਹੋਵੇ ਜੇ ਲੌਰੀ ਰਾਮ ਬਾਲੀ ਔਰ ਕਾਂਚੀ ਰਾਮ ਜੀ ਮਿਲ ਕੇ ਇਹ ਅੱਗੇ ਚੱਲਣ ਤਾਂ ਬਹੁਤ ਅੱਛੀ ਗੱਲ ਹੋਏਗੀ। ਅਸੀਂ ਤਾਂ ਨਵੇਂ ਹਾਂ ਇਸ ਕੰਮ 'ਚ, ਸਾਨੂੰ ਬਹੁਤਾ ਨਹੀਂ ਪਤਾ, ਅਤੇ ਇਸ ਕਰਕੇ ਇਹ ਮੌਕਾ ਮਿਲਿਆ ਮੈਨੂੰ, ਮੈਂ ਇਹੀ ਗੱਲ ਇਸ ਮੌਕੇ 'ਤੇ ਕਹਿ ਸਕਦਾ ਵੀ ਗੱਲਾਂ ਬਹੁਤ ਵਧੀਆ, ਮਿਸ਼ਨ ਬਹੁਤ ਵਧੀਆ ਬਾਬਾ ਸਾਹਿਬ ਦਾ। ਔਰ ਸਾਨੂੰ ਹਾਲੇ ਤੱਕ ਇੰਨਾ ਹੀ ਪਤਾ ਸੀਗਾ, ਅਸੀਂ ਮੀਟਿੰਗਾਂ ਕਰਦੇ ਰਹਿਣ, ਅਤੇ ਜੋ ਬਾਬਾ ਸਾਹਿਬ ਨੇ ਕਰਿਆ, ਬਾਬਾ ਸਾਹਿਬ ਦੀ ਕੁਆਲੀਫਿਕੇਸ਼ਨ ਉਹਦੇ ਪਰ ਬੋਲ ਦੇਣਾ, ਅਤੇ ਬਾਬਾ ਸਾਹਿਬ ਨੇ ਜੋ ਕੁਝ ਕੀਤਾ ਹੈ ਆਪਣੇ ਜੀਵਨ 'ਚ ਦਲਿਤ ਲੋਕਾਂ ਦੇ ਵਾਸਤੇ, ਸੰਵਿਧਾਨ ਵਿੱਚ ਜੋ ਪ੍ਰੋਵੀਜ਼ਨਾਂ ਬਣਾਈਆਂ, ਉਹਨਾਂ ਨੇ ਐਕਟ ਬਣਾਏ, ਉਹਨਾਂ ਬਾਰੇ ਬਸ ਇੰਨੀਆਂ ਗੱਲਾਂ ਦੱਸ ਦਿੰਦੇ। ਅਤੇ ਸਮਾਜ ਦੀਆਂ ਮੀਟਿੰਗਾਂ ਵਿੱਚ ਸਾਨੂੰ ਇਹ ਨਹੀਂ ਸੀ ਪਤਾ ਕਿ ਇਹਦਾ ਜਿਹੜਾ ਕਨਕਲੂਜਨ ਹੈ ਬਾਬਾ ਸਾਹਿਬ ਦੀ ਮੂਵਮੈਂਟ ਦਾ, ਉਹ ਕਿੱਧਰ ਲਿਜਾਣਾ ਜਾਂ ਕਿੱਥੇ ਜਾ ਕੇ ਉਹਦਾ ਲੌਜੀਕਲ ਐਂਡ ਹੈ, ਕਿਆ ਹੈ, ਉਹ ਨਹੀਂ ਪਤਾ ਸੀ। ਅਤੇ ਇਹ ਸਾਹਿਬ, ਹੁਣ ਮੈਂ ਸਾਹਿਬ ਕਹਿ ਸਕਦਾ, ਕਹਿੰਦਾ ਆਇਆ ਉਸ ਤੋਂ ਬਾਅਦ ਸਾਹਿਬ ਕਾਂਚੀ ਰਾਮ ਜੀ ਨੇ ਆਪਣੇ ਨਾਲ ਤੋਰ ਕੇ ਸਮਝਾ ਕੇ ਜੋ ਸਾਨੂੰ ਸਿਖਾਇਆ, ਉਸ ਤੋਂ ਫਿਰ ਸਾਨੂੰ ਪਤਾ ਲੱਗਿਆ ਵੀ ਇਹਦਾ ਲੌਜੀਕਲ ਜਿਹੜਾ ਅੰਡ ਹੈ ਉਹ ਤਾਂ ਸੱਤਾ ਹਾਸਲ ਕਰਨਾ ਹੈ। ਅਤੇ ਮੈਨੂੰ ਫਿਰ ਉਹਨਾਂ ਨੇ ਬਾਅਦ ਦੇ ਵਿੱਚ ਸਟੇਜ ਤੋਂ ਜਦ ਆਪਣੀ ਸੀਟ 'ਤੇ ਚਲੇ ਗਿਆ ਔਰ ਫੰਕਸ਼ਨ ਖਤਮ ਹੋ ਗਿਆ, ਬਾਅਦ ਦੇ ਵਿੱਚ ਉਹਨਾਂ ਨੇ ਮੈਨੂੰ ਕੋਈ ਬੰਦੇ ਨੂੰ ਭੇਜਿਆ, ਮੇਰੇ ਵੱਲ ਇਸ਼ਾਰਾ ਕਰਿਆ ਜਿੱਥੇ ਮੈਂ ਬੈਠਾ ਸੀ ਕਿ ਉਹ ਪਗੜੀ ਵਾਲੇ ਨੂੰ ਬੁਲਾਓ। ਨਾ ਉਹਨਾਂ ਨੇ ਸਰਦਾਰ ਲਫ਼ਜ਼ ਬੋਲਿਆ, ਨਾ ਉਹਦਾ ਮੇਰੇ ਦਾ ਪਤਾ ਹੀ ਨਹੀਂ ਥਾ, ਅਤੇ ਹੋਰ ਤਾਂ ਜ਼ਿਆਦਾ ਮੇਰੇ ਨੇੜੇ ਹੈ ਨਹੀਂ ਥਾ ਪਗੜੀ ਵਾਲਾ। ਉਹ ਬੰਦੇ ਨੇ ਨੇੜੇ ਜਾ ਕੇ ਕਿਹਾ, ਅਤੇ ਸਾਹਿਬ ਨੇ ਇਸ਼ਾਰਾ ਕਰਿਆ ਵੀ ਨਹੀਂ ਇਹ ਪਗੜੀ ਵਾਲੇ ਜਿਹੜੇ, ਇਹਨਾਂ ਨੂੰ ਬੁਲਾਓ ਮੇਰੇ ਕੋਲ। ਫਿਰ ਮੈਂ ਗਿਆ ਉਹਨਾਂ ਕੋਲ, ਅਤੇ ਕੰਟੀਨ 'ਚ ਖਾਣੇ ਖੂਣੇ ਨੂੰ ਵੀ ਗਏ,
मेरा ख्याल उस टाइम कूपन सिस्टम था। तो उस टाइम फिर उन्होंने बुला के मैनू कहा भी हुण किन्ने बंदे आए तेरे नाल। नाम पुछया मेरा, कास्ट भी पुछी, तो मैं दस्या मैं मजहबी सिख हैगा। तो फिर उन्होंने कहा था भी जिला, मैं कहा जी रोपड़ है। कहते भी सुंदर नगर मैं 2 बारी आया, पहला गया मैं 2 बारी उत्थे। मेरे तो हत्थ कोई बंदा हत्थ पल्ले कुछ नहीं आया, कोई बंदा मैनू नहीं टकरिया अच्छा जिहड़ा गल सुन भी लवे। तो तू कित्थे लुकिया होया सीगा, ये गल कही। मैं जी मैं उत्थे जनरल सैकटरी हाँ उहदा शूर कास्ट फैडरेशन दा। थोड़ियां बहुतियां गल्लां मैनू आउंदियां है, लोकां विच विचरदा मैं, तकलीफां दा पता मैनू लोकां दा, कुछ हड्ड बीतियां भी है साडे नाल होईयां वीआं। इस करके मन विच ओह गल तां हैगी है, दर्द है उस गल का। इसलिए मैनू वधिया लगियां गल्लां। तो ये बहुत अच्छी गल हुई, कोई बंदा वड्डा है नैशनल लेवल ते गल नूं अगे ले जाना चाहुंदा, बहुत अच्छी गल है। तो मैं तो साथ देवांगा, होर नूं भी जोड़ांगा। ये उन्होंने कहा, मैं क्या 6 बंदे आए हैं। तो कहन लगे भी नवंबर दे विच डेट तैनूं बाद च पता लग जू कि 5 दिन का प्रोग्राम होना दिल्ली दे विच। तो उत्थे ज़्यादा तो ज़्यादा जिन्ने लेके आ सकिया बंदे, इस नालों वध नफरी लेके आउणा जिहड़े हुण लिआया। तो मैं सतवचन फिर असी नवंबर च मैं गया अपने साथियों नूं लेके, फिर कुछ ज़्यादा बंदे गए उत्थे भी। फिर वो 5 दिन का फंक्शन था दिल्ली, शायद रामलीला ग्राउंड सीगा वो। ये सन 1980 की गल है। जो चंडीगढ़ का फंक्शन था ये रीजनल कॉन्फ्रेंस का, ये सितंबर 1980 की गल। तो उत्थे वो फंक्शन शायद 18 या 24, हाँ 24 नवंबर तो शायद था। तो वो 5 दिन का होया, उहदे विच बहुत वड्डा फंक्शन देखण नूं मिलिया। लगभग 10,000 तो सिटिंग चेयर थी। उस जमाने बहुत औखा हुंदा था 10 कुर्सियां लाउणियां भी। तो 2 सैशन उहदे बनाउंदे ते वो। तो संस्था बामसब वालों वो फंक्शन हुंदा सीगा। जिहड़ा पहला फंक्शन हुंदा था वो मुलाजमां दा हुंदा सीगा। मुलाजमां दे स्टेट लेवल दे, जे ज़्यादा किसी दे बुलाने हैं तो जिला लेवल दे भी कुछ साथियों नूं मौका दिता जाता था उहदे च। ते बाद दोपहर का जिहड़ा सैशन था वो पोलीटिकल, जो शेड्यूल्ड कास्ट, शेड्यूल्ड ट्राइब, शेड्यूल्ड या OBC दे, उस टाइम तो ज़्यादा बैकवर्ड लफ्ज चलता था, बैकवर्ड क्लासिस दे लीडर ज़्यादातर किसी भी पार्टी नाल संबंधित होण, इलैक्टड होण MP, या फिर कोई विच MLA भी, या कोई साहब ने अपने संपर्क च पहलां तो लए वे होण, ਉਹ ਉਹਨਾਂ ਸਾਥੀਆਂ ਨੂੰ ਬੁਲਾਉਂਦੇ ਤੇ ਉਹਨਾਂ ਨੂੰ ਇਹ ਟਾਈਮ ਦਿੱਤਾ ਜਾਂਦਾ ਤਾਂ ਬਾਅਦ ਦੁਪਹਿਰ ਦਾ ਓਪਨ ਸੈਸ਼ਨ, ਡੈਲੀਗੇਟ ਸੈਸ਼ਨ, ਇਹ ਉਹਨਾਂ ਦੇ ਨਾਂ 'ਤੇ ਦੋਨੋਂ ਪ੍ਰੋਗਰਾਮਾਂ ਦੇ। ਅਤੇ ਵਿੱਚ ਰਾਤ ਦੇ ਟਾਈਮ ਅਵੇਕਨਿੰਗ ਸਕੁਆਡ ਦੀ ਤਰਫੋਂ ਝਲਕੀਆਂ ਦਿਖਾਉਂਦੇ ਤੇ ਸਾਡੇ ਸਮਾਜ ਦੇ ਵਿੱਚ ਕਿਵੇਂ ਫੰਕਸ਼ਨ ਕਰਦੇ ਲੋਕ, ਕਿਵੇਂ जागृति जिमें कराउंदे है, जागृति जथे वो अपने गाउण बजाउण डांस वो भी उहदे थ्रू सोशल अवेकनिंग दी जिहड़ी चेतना दित्ती जाती थी। और खास करके जिमें मध्य प्रदेश के वो कमेंट्स भी करते थे विच लोग हैं उन्हां दे सतनामी मूवमेंट चली है किसी टाइम च उत्थे, और उन्हां दे चेहरे ते मत्थे ते लेके पैरां तक सतनाम लिखिया हुंदा सीगा। वो भी दिखाए उन्होंने कि देखो इन्हां नूं क्या शेड्यूल्ड कास्ट सर्टिफिकेट की लोड़ है, ये तो समाज चों पहले ही लग कीते हुए है, इन्हां दी आइडेंटिफिकेशन बना दी गई है भी ये सतनामी है जिहड़े ये शेड्यूल्ड कास्ट है। तो इस तरह वो रमजां नाल भी समझाउंदे ते एक किस्म नाल ताना भी था ये एक किस्म नाल। ते हर गल विच उन्हां दी कोशिश ये हुंदी थी साहब कंसी राम जी की कि किसी न किसी तरीके अवेकनिंग आवे बंदियां दे विच, क्योंकि ये समाज है जिहड़ा ये बहुत ही ज़्यादा अणजान रहा
ਦਬਾਇਆ ਗਿਆ, ਲਤਾੜਿਆ ਗਿਆ ਅਤੇ ਇਸ ਨੂੰ ਹੋਸ਼ ਹੀ ਨਹੀਂ ਆਉਣ ਦਿੱਤੀ ਗਈ ਦੂਸਰੇ ਸਮਾਜ ਦੀ ਤਰਫੋਂ, ਜਿਨ੍ਹਾਂ ਨੂੰ ਜਿਸ ਸਮਾਜ ਨੂੰ ਮਨੂਵਾਦੀ ਸਮਾਜ ਦੇ ਨਾਮ ਨਾਲ ਉਹਨਾਂ ਨੇ ਡਿਫਾਈਨ ਕਰਕੇ ਦੱਸੀ ਇਹ ਗੱਲ ਕਿ ਮਨੂ ਸਿਮਰਤੀ ਦੇ ਰੂਲ ਦੇ ਮੁਤਾਬਕ ਹੀ ਰੂਲਿੰਗ ਹੋ ਰਹੀ ਹੈ ਇਸ ਦੇਸ਼ 'ਚ, ਭਾਵੇਂ ਅੰਗਰੇਜ਼ ਵੀ ਰਹਿ ਕੇ ਚਲੇ ਗਏ, ਪਰ ਬਾਬਾ ਸਾਹਿਬ ਨੇ ਵੀ ਅੰਗਰੇਜ਼ਾਂ ਨੂੰ ਇਹ ਰਿਲਾਈਜ਼ ਕਰਵਾਇਆ ਤਾ ਕਿ ਵੀ ਤੁਹਾਡਾ ਜਿਹੜਾ ਹੈ ਰੂਲ ਰੈਗੂਲੇਸ਼ਨ ਹੈ, ਤੁਹਾਡਾ ਲਾਅ ਹੈ, ਇਹ ਤਾਂ ਕਿਤਾਬਾਂ ਤੱਕ ਸੀਮਤ ਹੈ। ਇਸ ਮੈਂ ਰਾਈ ਸਾਹਿਬ, ਇੱਕ ਜਦੋਂ ਪਹਿਲਾਂ ਸੁੰਦਰ ਨਗਰ ਸਾਹਿਬ ਜਾਂਦੇ ਸੀ ਤਾਂ ਜਿਹੜੀਆਂ ਉੱਥੇ ਦੀ ਪਹਿਲਾਂ ਸ਼ਡਿਊਲਡ ਕਾਸਟ ਫੈਡਰੇਸ਼ਨਾਂ ਸੀ, ਉਹ ਸਾਹਿਬ ਦਾ ਕਾਫੀ ਵਿਰੋਧ ਵੀ ਕਰਦੀਆਂ ਰਹੀਆਂ ਪਹਿਲਾਂ, ਉਹਦੇ ਬਾਰੇ ਜਰਾ ਚਾਨਣਾ ਪਾਓ। ਹਾਂਜੀ, ਉਹ ਲੋਕ ਇਸ ਤਰ੍ਹਾਂ ਹੋਇਆ ਜੀ, ਸ਼ਡਿਊਲਡ ਕਾਸਟ ਜਿਹੜੀ ਫੈਡਰੇਸ਼ਨ ਤੀ ਔਰ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਜਿਹੜਾ ਉੱਥੇ ਤਾਂ ਗੁਰਦੁਆਰੇ ਪਿੱਛੇ ਵੀ ਗੁਰਦੁਆਰਾ ਨਹੀਂ ਸੀ ਬਣ ਦਿੱਤਾ ਉਹਨਾਂ ਲੋਕਾਂ ਨੇ, ਕਿਉਂਕਿ ਲੋਕਲ ਬੰਦੇ ਇੰਟਰਫੇਅਰ ਕਰਦੇ ਤੇ ਵੀ ਗੁਰਦੁਆਰਾ ਲਫ਼ਜ਼ ਕਿਉਂ ਲਾਇਆ ਜਾਂਦਾ। ਇਹ ਵੀ ਉੱਥੇ ਇੱਕ ਵਾਰੀ ਬਹੁਤ ਚੱਲੀ ਸੀ ਵਿਰੋਧਤਾ, ਅਤੇ ਅਲਟੀਮੇਟਲੀ ਉਹ ਸ਼ੰਕਰ ਦਾ ਸੁਧਾ ਸ਼ਾਇਦ ਨਾਂ ਸੀ, ਗੜ੍ਹ ਸ਼ੰਕਰ ਸਾਈਡ ਇੱਧਰ ਹੁਸ਼ਿਆਰਪੁਰ ਜ਼ਿਲ੍ਹੇ ਦਾ, ਉਹ ਬੰਦਾ ਉਸ ਟਾਈਮ ਜਨਸੰਘ ਹੁੰਦੀ ਸੀ, ਉਹ ਜਨਸੰਘੀਆਂ ਦਾ ਵਰਕਰ ਲੱਗਿਆ ਮੈਨੂੰ ਵੀ, ਉਹ ਵਰਕ ਕਰਦਾ ਸੀ ਉਹਨਾਂ ਦਾ ਅੰਡਰਗਰਾਊਂਡ, ਅਤੇ ਉਸ ਬੰਦੇ ਨੇ ਇੱਥੇ ਤੱਕ ਵੀ ਇੱਕ ਵਾਰ ਮੰਦਿਰ ਦੇ ਵਿੱਚ ਸਾਹਿਬ ਨੂੰ, ਮੈਨੂੰ ਮੈਂ ਹਾਜ਼ਰ ਨਹੀਂ ਸੀ ਉਸ ਟਾਈਮ, ਇਹ ਬਾਅਦ 'ਚ ਪਤਾ ਲੱਗਿਆ ਮੈਨੂੰ, ਉਹਨੇ ਸਾਹਿਬ ਨੂੰ ਵੀ ਇੱਥੇ ਤੱਕ ਕਹਿ ਦਿੱਤਾ ਕਿ ਤੂੰ ਤਾਂ ਭਰੇ ਹਾਲ ਦੇ ਵਿੱਚ ਕਿ CIA ਦਾ ਬੰਦਾ, ਅਤੇ ਸਾਹਿਬ ਨੇ ਕਿਹਾ ਵੀ CIA ਦੇ ਮੈਨੇ ਪਤਾ ਤੈਨੂੰ। ਤਾਂ ਇਸ ਤਰ੍ਹਾਂ ਦਾ ਵਿਰੋਧ ਹੁੰਦਾ ਰਿਹਾ। ਜਿੱਥੋਂ ਤੱਕ ਫੈਡਰੇਸ਼ਨ ਦਾ ਸਵਾਲ ਹੈ, ਫੈਡਰੇਸ਼ਨ ਦੇ ਵਿੱਚ ਇਹ ਇੱਕੋ ਕਮਿਊਨਿਟੀ, ਰਵਿਦਾਸੀਆ ਕਮਿਊਨਿਟੀ ਦੇ ਬੰਦੇ ਹੀ ਪ੍ਰੈਜ਼ੀਡੈਂਟ ਜਨਰਲ ਸੈਕਟਰੀ ਬਣਾਏ ਜਾਂਦੇ ਅਤੇ ਹੋਰ ਕਮਿਊਨਿਟੀ ਦੇ ਬੰਦੇ ਨੂੰ ਘੱਟੇ ਮੌਕਾ ਦਿੱਤਾ ਜਾਂਦਾ ਤਾ। ਇਹ ਇੱਕ ਵਾਰੀ ਵਿਰੋਧਤਾ ਹੋ ਗਈ, ਆਪਸ ਵਿੱਚ ਹੀ ਲੜ ਪਏ ਉਹ ਲੜਨ ਦੇ ਕਾਰਨ ਹੀ ਇੱਕ ਬੰਦਾ ਸ਼ਾਇਦ ਰਿਟਾਇਰ ਹੋ ਗਿਆ, ਅਤੇ ਉਹ ਫਿਰ ਮੇਰਾ ਨਾਂ ਬੋਲ ਦਿੱਤਾ। ਉਸ ਟਾਈਮ ਦੇ ਵਿੱਚ ਰਾਮ ਸਰੂਪ ਬਾਲੀ, ਇਹ ਵੀ ਜਲੰਧਰ ਸਾਈਡ ਦਾ ਹੀ ਸੀਗਾ, ਮੇਰੇ ਨਾਲ ਇਹ ਅਕਾਊਂਟਸ ਅਸਿਸਟੈਂਟ ਸੀਗਾ, ਅਤੇ ਉਹਨੇ ਕਿਤੇ ਦਫ਼ਤਰ 'ਚ ਕਿਹਾ ਵੀ ਇਹ ਮਜ਼੍ਹਬੀਆਂ ਦਾ ਬੰਦਾ ਹੈ ਸਾਡੇ ਕੋਲ, ਬਈ ਇਸ 'ਚ ਜਜ਼ਬਾ ਹੈ ਇਸ ਤਰ੍ਹਾਂ ਦਾ, ਉਹਨੂੰ ਪਰਖੋ ਮੁੰਡੇ ਨੂੰ। ਅਤੇ ਉਸ ਟਾਈਮ ਮੇਰਾ ਨਾਂ ਉਹਨੇ ਪ੍ਰਪੋਜ਼ ਕਰਤਾ ਜਨਰਲ ਸੈਕਟਰੀ ਵਾਸਤੇ, ਅਤੇ ਜਾਣਦੇ ਤੇ ਦੂਜੇ ਬੰਦੇ 2-4 ਮੈਨੂੰ ਉਹ ਜਿਹੜੇ ਲੀਡਰ ਵੀ ਤੇ, ਉਹ ਕਹਿਣ ਲੱਗੇ ਵੀ ਇਹ ਬੰਦਾ ਫਿੱਟ ਰਹੂਗਾ, ਇਹਨੂੰ ਲੈ ਲਓ। ਗ੍ਰੈਜੂਏਟ ਵੀ ਸੀਗਾ ਮੈਂ ਉਸ ਟਾਈਮ, ਅਤੇ ਇਸ ਤਰ੍ਹਾਂ ਮੈਨੂੰ ਫੈਡਰੇਸ਼ਨ 'ਚ ਜਨਰਲ ਸੈਕਟਰੀ ਦਾ ਟਾਈਮ ਮਿਲ ਗਿਆ। ਬੂਟਾ ਮੰਡੀ ਵਿੱਚ ਇੱਕ ਕੇਡਰ ਕੈਂਪ ਲੱਗਾ ਸੀ, ਕੇਡਰ ਕੈਂਪ ਵਿੱਚ ਇੱਕ ਉਹ ਤੁਸੀਂ ਵੀ ਅਟੈਂਡ ਕੀਤਾ ਸੀ, ਉਹਦੇ ਵਿੱਚ ਇੱਕ ਭੈਂਗਾ ਅਤੇ ਭੌਂਕੇ ਦੀ ਕਹਾਣੀ ਸਾਹਿਬ ਨੇ ਸੁਣਾਈ ਸੀ, ਜਿਹੜਾ ਉਹਨੂੰ ਤਫਸੀਲ ਨਾਲ ਵਿਸਥਾਰ ਸਹਿਤ ਥੋੜ੍ਹੇ ਜਿਹੇ ਦਰਸ਼ਕਾਂ ਨੂੰ ਦੱਸਣ ਦੀ ਕੋਸ਼ਿਸ਼ ਕਰੋ। ਇਸ ਤਰ੍ਹਾਂ ਹੋਇਆ ਜੀ, ਉਹ ਜਿਹੜੇ ਲਾਹੌਰੀ ਰਾਮ ਬਾਲੀ ਜੀ ਹੈ, ਇਹ ਜ਼ਿਆਦਾਤਰ ਕਿਤਾਬਾਂ ਹੀ ਲਿਖਦੇ ਸੀਗੇ, ਬੁਲਾਰੇ ਤਾਂ ਠੀਕ ਹੈ, ਉਹ ਜੋਸ਼ੀਲਾ ਭਾਸ਼ਣ ਦਿੰਦੇ ਔਰ ਟੂ ਦੀ ਪੁਆਇੰਟ ਵੀ ਬੋਲਦੇ ਦਲਿਤਾਂ ਦੇ ਹੱਕ ਵਿੱਚ ਵੀ। ਅਤੇ ਹੁਣ ਸਾਨੂੰ ਪਤਾ ਨਹੀਂ ਤਾਂ, ਇਹ ਤਾਂ ਚੰਡੀਗੜ੍ਹ ਵੀ ਉਹ ਕਾਨਫਰੰਸ ਵਿੱਚ ਵੀ ਸਾਹਿਬ ਨੇ ਆਪਣੀ ਕਲੈਰੀਕੇਸ਼ਨ ਦਿੱਤੀ ਮੇਰੇ ਭਾਸ਼ਣ ਤੋਂ ਬਾਅਦ, ਉਹਦੇ 'ਚ ਵੀ ਉਹਨਾਂ ਨੇ ਕਿਹਾ ਤਾਂ ਇਸ ਬੰਦੇ ਨੂੰ ਮੈਂ ਪਰਖ ਕੇ ਮੈਂ ਤਾਂ ਇਹਦੀਆਂ ਕਿਤਾਬਾਂ ਵੀ ਵੇਚੀਆਂ, ਇਹ ਗੱਲ ਕਹੀ ਤੀ ਵੀ ਮੈਂ ਬਹੁਤ ਅੱਛੀ ਤਰ੍ਹਾਂ ਜਾਣਦਾ। ਉਹ ਬਾਅਦ ਦੇ ਵਿੱਚ ਇੱਥੇ ਫੰਕਸ਼ਨ ਇਹ ਹੋਏ ਗਿਆ 82 ਦੀ ਸ਼ਾਇਦ ਗੱਲ ਹੋਊਗੀ, ਇਹ 82 ਜਾਂ 83 ਦੀ ਫੰਕਸ਼ਨ ਹੋਇਆ, ਤਾਂ ਉਹਦੇ ਵਿੱਚ ਬਹੁਤ ਬੜਾ ਓਪਨ ਜੀਪ 'ਚ ਸਾਹਿਬ ਦਾ ਨਿਕਲਿਆ ਅਤੇ ਜਲਸਾ ਹੋਇਆ, ਜਲੂਸ, ਅਤੇ ਉਹਦੇ ਵਿੱਚ ਉਹਨਾਂ ਨੇ ਬੂਟਾ ਮੰਡੀ ਦੇ ਵਿੱਚ ਫੰਕਸ਼ਨ ਕਰਿਆ। ਉਹਨਾਂ ਦਾ ਲਾਹੌਰੀ ਰਾਮ ਬਾਲੀ ਵਰਤਾ ਇਹ ਕਹਿਣ ਦਾ ਵੀ ਇਹ ਭੌਂਕਦੇ ਜ਼ਿਆਦਾ ਹੈਗੇ, ਕਰਦੇ ਘੱਟ ਹੈ। ਉਹਨਾਂ ਦਾ ਮਤਲਬ ਤਾਂ ਵੀ ਵਟ ਡਾਕਟਰ ਅੰਬੇਦਕਰ ਵਾਂਟਡ ਉਹ ਇਹ ਨਹੀਂ ਕਰ ਸਕੇ, ਲੇਕਿਨ ਉਸ ਮੈਟਰ 'ਤੇ ਭੌਂਕੇ ਜ਼ਿਆਦਾ ਹੈ, ਅਤੇ ਇਸ ਕਰਕੇ ਉਹਨਾਂ ਨੂੰ ਉਹ ਭੌਂਕੇ ਸ਼ਬਦ ਦੇ ਨਾਲ ਉਚਾਰਨ ਕਰਿਆ ਉਹਨਾਂ ਨੇ। ਅਤੇ ਭੈਂਗਾ ਸ਼ਾਇਦ ਉਹਨਾਂ ਦਾ ਇੱਕ ਬ੍ਰਦਰ ਸੀਗਾ, ਉਹ ਸ਼ਾਇਦ ਅੱਖਾਂ 'ਤੇ ਹੀ ਭੈਂਗਾ ਤਾ, ਅਤੇ ਉਹਦਾ ਵੀ ਨਾਂ ਉਹਨਾਂ ਨੇ ਲਿਆ। ਭੌਂਕਾ ਅਤੇ ਭੈਂਗਾ ਇੱਥੇ ਰਹਿੰਦੇ, ਇਸ ਤਰ੍ਹਾਂ ਦਾ ਭਾਸ਼ਣ ਵਿੱਚ ਵੀ ਬੋਲ ਗਏ ਉਹ ਸਟੇਜ 'ਤੇ, ਅਤੇ ਅਸੀਂ ਅੰਡਰਸਟੈਂਡ ਕਰ ਗਏ, ਜਿਹੜੇ ਸਾਹਿਬ ਨੂੰ ਸਮਝਦੇ ਤੇ ਉਹ ਤਾਂ ਅੰਡਰਸਟੈਂਡ। ਉਹ ਹਜ਼ਾਰਾ ਰਾਮ ਬੋਧੀ ਬਾਰੇ ਉਹਨੇ ਇਹ ਸ਼ਬਦ ਜਿਹੜੇ RPA ਦੇ ਸੋਤੋਂ ਸਰਵਿਸ ਸਰਵਾਏ ਹਜ਼ਾਰਾ ਰਾਮ ਬੋਧੀ, ਉਹਨਾਂ ਵਾਸਤੇ ਵੀ ਇਹ ਸ਼ਬਦ ਬੋਲੇ।
ਹਾਂ, ਹਜ਼ਾਰਾਨਾਮੇ ਤੇ ਉਹਨਾਂ ਦਾ ਨਾਂ, ਸ਼ਾਇਦ ਉਹਨਾਂ ਵਾਸਤੇ ਬੋਲੇ। ਤੋ ਇਸ ਤਰ੍ਹਾਂ ਉਹਨਾਂ ਦਾ ਸਾਹਿਬ ਦਾ ਜਿਹੜਾ ਇਹ ਜਲਸਾ ਸੀਗਾ, ਉਹਦੇ ਵਿੱਚ ਉਹਨਾਂ ਨੇ ਫਿਰ ਠੀਕ ਹੈ ਆਪਣੇ ਭਾਸ਼ਣ ਵਿੱਚ ਤਾਂ ਪਿਛਲਦੇ ਹੀ ਤੇ ਉਹ ਠੀਕ ਠਾਕ ਸਮਾਜ ਨੂੰ ਏਕਨਿੰਗ ਤਾਂ ਹੀ ਆਉਂਦੀ ਹੈ ਜੇ ਕਿਸੇ ਦੀ ਕਮਜ਼ੋਰੀ ਹੈ, ਕਿਸੇ ਨੇ ਕੋਈ ਪਰਦੇ ਦੇ ਨਾਲ ਕੋਈ ਪੁਆਇੰਟ ਲੁਕੋਏ ਹੈ, ਲੇਕਿਨ ਫਿਰ ਉਹਦੇ ਨਾਲ ਕਮਜ਼ੋਰੀ ਰਹਿ ਜਾਂਦੀ ਹੈ, ਸਮਾਜ ਪੂਰਾ ਜਾਗਰਤ ਨਹੀਂ ਹੋਏਗਾ। ਨੌਲੇਜ ਤਾਂ ਮਿਲ ਜਾਏਗੀ ਉਹਨਾਂ ਨੂੰ, ਬਾਬਾ ਸਾਹਿਬ ਨੇ ਇਹ ਕੀਤਾ ਉਹ ਕੀਤਾ, ਅਤੇ ਇਹ ਲੇਕਿਨ ਉਹ ਕਮਜ਼ੋਰੀ ਰਹਿ ਜਾਏਗੀ। ਅਤੇ ਇਸ ਤਰ੍ਹਾਂ ਕਰਕੇ ਉਹਨਾਂ ਨੇ ਫਿਰ ਉਹ ਬਹੁਤ ਉਹਦੇ ਬਾਅਦ ਫਿਰ ਉੱਥੇ ਉਹਨਾਂ ਦੇ ਪਰਿਵਾਰ ਵੀ ਮਿਲਣ ਆਏ ਹੋਏ ਸੀ ਉਸ ਦਿਨ, ਸਾਹਿਬ ਦੇ ਪਰਿਵਾਰ, ਪਿਤਾ ਸਰਦਾਰ ਹਰੀ ਸਿੰਘ ਜੀ, ਮਾਤਾ ਜੀ, ਹੋਰ ਵੀ ਮੈਂਬਰ ਥੇ। ਅਤੇ ਉਹ ਮੇਰੇ ਵੈਸੇ ਵੀ ਵਾਕਫ ਤੇ ਪਹਿਲਾਂ ਦੇ, ਕਿਉਂਕਿ ਮੇਰੇ ਜਿਹੜੇ ਸਹੁਰੇ ਤੇ ਬਚਨਾ ਰਾਮ ਜੀ ਉਹ ਉਹਨਾਂ ਦੇ ਵਾਕਫ ਸੀਗੇ। ਮੇਰਾ ਜਿਹੜਾ ਸਹੁਰਾ ਪਿੰਡ ਹੈ ਲੋਧੀ ਮਾਜਰਾ, ਉਹ ਖਾਸਪੁਰੇ ਦੀ ਨਾਲ ਨੂੰ ਸੜਕ ਲੰਘਦੀ ਹੈ ਤਾਂ ਸਾਈਡ 'ਤੇ ਥੋੜ੍ਹਾ ਜਿਹਾ, ਲੇਕਿਨ ਉਹ ਲੋਕਲ ਜਿਹੜੀਆਂ ਪਗਡੰਡੀਆਂ ਦੇ ਰਸਤੇ ਤਾਂ ਉਹ ਬਹੁਤ ਨੇੜੇ ਤੇ, ਪਗਡੰਡੀਆਂ ਦੇ ਰਸਤੇ, ਅਤੇ ਉਹ ਆਪਸ ਵਿੱਚ ਇੱਕ ਦੂਜੇ ਨੂੰ ਜਾਣਦੇ। ਤੇ ਜਦੋਂ ਉਹਨਾਂ ਨੂੰ ਮੇਰਾ ਪਤਾ ਤਾਂ ਲੱਗਿਆ ਤਾਂ ਇਸ ਗੱਲ ਦਾ ਕਿ ਮੈਂ ਉਹਨਾਂ ਦਾ ਜਵਾਈ ਹਾਂ, ਅਤੇ ਕਈ ਵਾਰ ਫਿਰ ਪਹਿਲਾਂ ਵੀ ਮੈਂ ਜਦੋਂ ਸਾਈਕਲ 'ਤੇ ਜਾਂਦਾ ਤਾਂ ਉਹਨਾਂ ਦਾ ਖੇਤ ਤਾਂ ਇੱਕ ਦਰਿਆ ਦੇ ਕੰਢੇ, ਉੱਥੇ ਜਰੀ ਜੁਰੀ ਵੜਦੇ ਵੀ ਮੈਨੂੰ ਟੱਕਰ ਜਾਂਦੇ ਸੀ ਸਰਦਾਰ ਹਰੀ ਸਿੰਘ ਜੀ ਜੋ ਫਾਦਰ ਤੇ ਇਹਨਾਂ ਦੇ ਕਾਂਚੀ ਰਾਮ ਸਾਹਿਬ ਦੇ। ਅਤੇ ਇਸ ਕਰਕੇ ਉਹ ਵਾਕਫ ਤੇ ਉਹ ਮਿਲ ਗਏ ਉੱਥੇ। ਉੱਧਰ ਬਾਮਸਫ ਵਾਲੇ ਬੰਦਿਆਂ ਨੂੰ ਉਹ ਕਹਿ ਰਹੇ ਤੇ ਵੀ ਅਸੀਂ ਮਿਲਣਾ, ਮਿਲ ਕੇ ਜਾਣਾ। ਉੱਧਰ ਉਹ ਕਹਿੰਦੇ ਹੁਣੇ ਮਿਲਾਉਂਦੇ, ਉਹ ਕਈ ਘੰਟੇ ਇਸ ਤਰ੍ਹਾਂ ਬੀਤ ਗਏ। ਆਖਰਕਾਰ ਉਹਨਾਂ ਦੇ ਫਾਦਰ ਸਾਹਿਬ ਗੁੱਸੇ ਵਿੱਚ ਕਹਿਣ ਲੱਗੇ ਕਿ ਵੀ ਉਹ ਛੱਡੋ ਪਰੇ, ਚਲੋ ਤੁਸੀਂ ਚੱਲੀਏ, ਦਿਨ ਛਿਪਦਾ ਅਤੇ ਉਹਨੇ ਨਹੀਂ ਮਿਲਣਾ ਹੈਗਾ ਸਾਨੂੰ। ਉਹ ਇੰਨੇ ਸਮੇਂ ਤੋਂ, ਲੰਬੇ ਸਮੇਂ ਤੋਂ ਨਹੀਂ ਉਹ ਪਰਵਾਹ ਕਰਦਾ ਸਾਡੀ, ਅਤੇ ਹੁਣ ਕਿਆ ਕਰਨੀ ਉਹਨੇ ਇੱਥੇ ਆ ਕੇ। ਤੋ ਇਸ ਤਰ੍ਹਾਂ ਗੁੱਸੇ ਜਿਹੇ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ, ਲੇਕਿਨ ਮਾਂ ਤਾਂ ਮਾਂ ਹੁੰਦੀ ਹੈ, ਮਾਂ ਦਾ ਦਰਦ ਸੀਗਾ, ਨਹੀਂ ਮੈਂ ਮਿਲ ਕੇ ਹੀ ਜਾਣਾ। ਤੋ ਇਸ ਤਰ੍ਹਾਂ ਕਰਕੇ ਉਹ ਪਹਿਲਾਂ ਵੀ ਮਿਲੇ ਉੱਥੇ, ਆਪਣੇ ਕਾਨਫਰੰਸ ਨੈਸ਼ਨਲ ਕਨਵੈਨਸ਼ਨ ਤੀ ਜਿਹੜੀ ਸੈਕਿੰਡ ਤੀ ਉਹ ਦਿੱਲੀ ਵਾਲੀ, ਉਹਦੇ ਵਿੱਚ ਵੀ ਉਹ ਮਿਲੇ ਹੈ। ਭੈਣਾਂ ਵੀ ਗਈਆਂ ਤੀਆਂ ਬਰਫੀ ਬੁਰਫੀ ਲੈ ਕੇ, ਅਤੇ ਉਹ ਵੀ ਮੈਂ ਸੀਨ ਦੇਖਿਆ ਸੀ ਉਸ ਟਾਈਮ। ਉਹਨਾਂ ਨੂੰ ਕਹਿੰਦੇ ਸੀਗੇ ਲਿਆਓ ਕੱਦੀਆਂ ਫਿਰਦੀਆਂ ਮਗਰ ਮਗਰ ਕਿਆ ਹੈ ਤੁਹਾਡੇ ਪੱਕ, ਉਹ ਇੱਕੋ ਵਾਰੀ ਸਾਰੀ ਬਰਫੀ ਬੁਰਫੀ ਲਿਆਈਆਂ ਸੀ ਵਿਚਾਰੀਆਂ, ਖੋਆ ਬਰਫੀ, ਪਰ ਖੋਆ ਸ਼ਾਇਦ ਘਰ ਦਾ ਵੀ ਤਾਂ ਉਹਨਾਂ ਦੇ ਘਰ 'ਚ ਆਦਤ ਤੀ ਇਹ, ਖੋਆ ਬਹੁਤ ਖਾਂਦੇ ਤੇ ਉਹ ਘਰ ਦਾ ਕੱਢਿਆ। ਅਤੇ ਇਹਨਾਂ ਬਾਰੇ ਵੀ ਕਹਿੰਦੇ ਤੇ ਉਹ ਖੋਏ ਦਾ ਬਹੁਤ ਸ਼ੌਕੀਨ ਹੈ, ਅਤੇ ਇਸ ਕਰਕੇ ਉੱਥੇ ਵੀ ਦੇਖਿਆ ਸੀ ਮੈਂ ਉਹ ਖੋਆ ਖਾਂਦੇ। ਇੱਕ ਟੈਂਟ 'ਚ ਟੈਂਟਾਂ 'ਚ ਰਹਿੰਦੇ ਸੀ, ਟੈਂਟ ਦੇ ਵਿੱਚ ਉਹ ਬੈਠ ਕੇ ਉਹਨਾਂ ਨੇ ਖੜੇ ਖੜਿਆਂ ਨੇ ਖਾਧਾ, ਉਹਨਾਂ ਨੇ ਤਾਂ ਬਾਕੀ ਬਹਿ ਗਏ ਅਤੇ ਅਸੀਂ ਵੀ ਬੈਠੇ ਨਾਲ, ਅਤੇ ਉਹ ਖਾਲੀ ਕਰਕੇ ਕਹਿੰਦੇ ਲਓ ਆ ਤੁਹਾਡੇ ਹਿੱਸੇ, ਮੈਂ ਚੱਲਿਆ ਅੱਗੇ। ਤੋ ਇਸ ਤਰ੍ਹਾਂ ਮਿਲਦੇ, ਹਾਂਜੀ ਮਿਲਦੇ, ਇਸ ਤਰ੍ਹਾਂ ਕਹਿ ਕੇ ਨਿਕਲ ਗਏ ਅੱਗੇ। ਅਤੇ ਉੱਥੇ ਵੀ ਆਹ ਜਲੰਧਰ ਵੀ ਆਹ ਗੱਲ ਹੋਈ। ਅਤੇ ਜਦੋਂ ਆ ਗਏ ਫਿਰ ਸ਼ਾਇਦ ਮੇਲ ਹੋ ਗਿਆ, ਮੈਨੂੰ ਹੁਣ ਚੇਤਾ ਨਹੀਂ ਰਿਹਾ, ਭੀੜ ਬਹੁਤ ਸੀ, ਮੈਂ ਵੀ ਆਸੇ ਪਾਸੇ ਹੋ ਗਿਆ ਭੀੜ ਦੇ ਵਿੱਚ। ਲੇਕਿਨ ਬਾਅਦ ਦੇ ਵਿੱਚ ਉਹਨਾਂ ਦੇ ਪਿਤਾ ਜੀ ਮੈਨੂੰ ਕਹਿਣ ਲੱਗੇ ਵੀ ਮੁੰਡਿਆ ਤੈਂ, ਮੁੰਡਾ ਹੀ ਕਹਿੰਦੇ ਮੈਨੂੰ ਉਹ, ਮੁੰਡਿਆ ਤੈਂ ਮੇਰੇ ਨਾਲ ਚੱਲਣਾ ਅੱਜ, ਨਾਲ ਸੰਤ ਰਾਮ ਵੀ ਤਾਂ ਉਹਨਾਂ ਦੇ ਤਾਇਆ ਜੀ। ਅਤੇ ਮੈਂ ਕਿਹਾ ਜੀ ਮੇਰੇ ਨਾਲ ਤਾਂ ਸੁੰਦਰ ਨਗਰ ਦੇ ਬੰਦੇ ਆਏ ਹੋਏ ਹੈ, ਮੈਂ ਉਹਨਾਂ ਦੇ ਨਾਲ ਹੀ ਵਾਪਸ ਹੋਣਾ, ਇਹ ਮੁਲਾਜ਼ਮ ਆਦਮੀ ਹੈ, ਸਾਡਾ ਝਗੜਾ ਝੁਗੜਾ ਪੈ ਜਾਊਗਾ ਕੋਈ ਛੁੱਟੀ ਛੱਟੀ ਦਾ ਵੀ, ਉਹਨਾਂ ਕੇ ਲੈ ਕੇ ਆਉਂਦੇ ਹੁੰਦੇ। ਕਹਿੰਦੇ ਨਹੀਂ ਤਾਂ ਜਾਣਾ ਜ਼ਰੂਰ, ਇਹਨਾਂ ਨੂੰ ਭੇਜ ਦੇ, ਨਹੀਂ ਇਹਨਾਂ ਨੇ ਵੀ ਰਹਿਣਾ ਰਹਿ ਲਵੇਂ। ਅਤੇ ਚਲੋ ਉਹ ਚਲੇ ਗਏ। ਉਹ ਕਹਿੰਦੇ ਅਸੀਂ ਨਹੀਂ ਰੁਕ ਸਕਦੇ। ਫਿਰ ਮੈਨੂੰ ਉਹਨਾਂ ਪਾਸ ਜੋਂਗਾ ਛੋਟਾ ਜਿਹਾ ਟਰੱਕ ਹੁੰਦਾ ਤਾਂ ਉਹ ਉਸ ਟਾਈਮ ਜੋਂਗਾ ਹੀ ਕਹਿੰਦੇ ਹੁੰਦੇ, ਅਤੇ ਉਹਦੇ ਵਿੱਚ ਲੈ ਆਏ ਨਾਲ ਪਿਛਲੇ ਪਾਸੇ। ਉਹ ਆਪ ਵੀ ਉੱਪਰ ਬੈਠੇ, ਮੈਂ ਬਥੇਰਾ ਕਿਹਾ ਕੰਬਲ ਲੈ ਲਓ, ਹਵਾ ਚੱਲ ਪਈ ਸ਼ਾਮ ਦਾ ਟਾਈਮ, ਨਹੀਂ ਮੰਨੇ ਨਹੀਂ ਉਹ। ਅਤੇ ਠੰਡ ਵੀ ਲੱਗੀ ਹੋਊਗੀ, ਮੈਨੂੰ ਤਾਂ ਲੱਗਦੀ ਸੀ, ਉਹਨਾਂ ਨੂੰ ਵੀ ਲੱਗੀ ਹੋਊਗੀ। ਅਤੇ ਉਹ ਅਸੀਂ ਉੱਥੇ ਆਏ, ਉਹਦੇ ਉੱਪਰ ਬੈਠ ਗਏ ਤੇ। ਅਤੇ ਫਿਰ ਰਾਤ ਵੀ ਮੈਂ ਇਹਨਾਂ ਦੇ ਘਰ ਕੱਟੀ ਹੈ, ਰਾਤ ਕੱਟੀ ਹੈ। ਸਵਰਨੋ ਬੀਬੀ ਤੀ ਭੈਣ ਉਹਨਾਂ ਦੀ ਰਹਿੰਦੀ ਤੀ ਉੱਥੇ, ਜਲਾਰਾ ਸਿੰਘ ਉਹਨਾਂ ਦੇ ਪਤੀ ਤੇ। ਉਹਦਾ ਸਵਰਨੋ ਨੂੰ ਕਿਹਾ ਹਰੀ ਸਿੰਘ ਜੀ ਨੇ ਕਿ ਬਈ ਇਹ ਮੁੰਡੇ ਨੂੰ ਸਲੂਨੇ ਨਾਲ ਕੁਛ ਰੋਟੀ ਰਾਟੀ ਦੇ ਦਿਓ। ਅਤੇ ਆਪ ਤਾਂ ਉਹਨਾਂ ਨੇ ਥਾਲੀ ਮੇਰਾ ਖਿਆਲ ਹੈ ਇੱਕ ਖਾ ਗਏ ਜਾਂ ਦੋ ਖੋਏ ਦੀਆਂ ਹੀ ਖਾ ਗਏ, ਮੈਨੂੰ ਵੀ ਦਿੱਤਾ ਕੁਛ। ਅਤੇ ਬਾਕੀ ਉਹਨਾਂ ਦੀਆਂ ਰਾਤ ਨੂੰ ਗੱਲਾਂ ਕਰਦੇ ਰਹੇ। ਮੈਂ ਉਹਨਾਂ ਦੇ ਨਾਲ ਹੀ ਫਿਰ ਜਲੰਧਰ ਤੋਂ ਆ ਗਿਆ ਸੀਗਾ। ਅਤੇ ਉਹਨਾਂ ਨੇ ਪੇਟੀਆਂ ਖੋਲ੍ਹ ਕੇ, ਮਾਤਾ ਜੀ ਨੇ, ਬਿਸ਼ਨ ਕੌਰ ਜੀ ਨੇ, ਉਹ ਦਿਖਾਏ, ਉਹਨਾਂ ਦੇ ਸ਼ੀਸ਼ਾ ਦਿਖਾਇਆ ਇੱਕ। ਮੈਂ ਕਿਹਾ ਵੀ ਸ਼ੀਸ਼ਾ ਵੀ ਅਸੀਂ ਤਾਂ ਗਿੱਠ ਡੇਢ ਗਿੱਠ ਦਾ ਸ਼ੀਸ਼ਾ ਰੱਖਦੇ ਹਾਂ ਟੈਚੀਆਂ 'ਚ, ਮੂੰਹ ਦੇਖਣ ਲਈ ਆਪਣਾ
ਸਾਹਿਬ ਦਾ ਸਟੈਂਡਰਡ ਦੇਖਿਆ ਮੈਂ ਇਹ ਤਾਂ ਉਸ ਟਾਈਮ ਦੇ ਸਟੈਂਡਰਡਾਈਜ਼ ਬੰਦੇ ਲੱਗ ਰਹੇ ਅਤੇ ਕਾਲਜ ਟਾਈਮ ਦਾ ਦੱਸਿਆ ਉਹਨਾਂ ਨੇ, ਸ਼ੀਸ਼ਾ ਜਿਹੜਾ ਬੜਾ ਫਰੇਮ ਹੋਇਆ ਵਾ, ਅਤੇ ਉਸ 'ਤੇ ਮੈਨੂੰ ਅੰਦਾਜ਼ਾ ਲੱਗਿਆ ਤਾਂ ਉਹਨਾਂ ਦੀ ਸੋਚ ਜਿਹੜੀ ਵੱਡੀ ਕਿਉਂ ਹੈ। ਉਹ ਪਹਿਲਾਂ ਤੇ ਹੀ ਬਚਪਨ ਤੋਂ ਹੀ ਵੱਡੀ ਸੋਚ ਦੇ ਮਾਲਕ 'ਤੇ ਲੱਗੇ। ਔਰ ਹੋਰ ਵੀ ਕਈ ਗੱਲਾਂ ਉਹਨਾਂ ਨੇ ਦੱਸੀਆਂ, ਜਿਵੇਂ ਇੱਕ ਵਾਰੀ ਦਰਿਆ 'ਤੇ ਲੱਕੜਾਂ, ਪੇਂਡੂ ਬੰਦੇ ਪੇਂਡੂ ਗੱਲਾਂ ਕਰਦੇ ਵੀ ਉਹ ਲੱਕੜਾਂ ਲੈਣ ਜਾਂਦੇ, ਅਤੇ ਹੋਰ ਵੀ ਜਾਂਦੇ ਹੋਣੇ ਪਿੰਡ ਪੁੰਡ ਦੇ ਬੰਦੇ, ਉਹ ਵੀ ਨਾਲ ਕੰਪਨੀ ਕਰਦੇ ਹੋਣੇ, ਅਤੇ ਉਹ ਆ ਗਈ ਮੁਰਦੇ ਦੀ ਲੱਤ ਹੱਥ ਉਹਨਾਂ ਦੇ, ਅਤੇ ਲੱਤ ਖਿੱਚ ਲਈ। ਜਦ ਦੇਖਿਆ ਉਹ ਬੰਦਾ, ਅਤੇ ਸਾਹਿਬ ਘਬਰਾ ਗਏ। ਉਹ ਕਹਿੰਦੇ ਬੁਖਾਰ ਚੜ੍ਹ ਗਿਆ ਸੀ ਉਹਨਾਂ ਨੂੰ, ਇਹ ਮਾਤਾ ਜੀ ਨੇ ਦੱਸੀ ਗੱਲ। ਅਤੇ ਸਾਹਿਬ ਵੀ ਕਹਿੰਦੇ ਵੀ ਆ ਜਿਹੜੇ ਉਹ ਚਮੜਾ ਰੰਗਣ ਦਾ ਕੁੰਡਾ ਵੀ ਦਿਖਾਇਆ ਉਹਨਾਂ ਨੇ ਮੈਨੂੰ, ਕਹਿੰਦੇ ਆ ਵੀ ਭਰਤਾ ਮਿੱਟੀ ਨਾਲ ਭਰ ਦਿੰਦਾ ਤਾਂ ਜਦ ਕਾਲਜ ਪੜ੍ਹਦਾ ਤਾਂ ਮੈਂ ਬਹੁਤ ਸਮਝਾਉਣਾ ਵੀ ਸਾਡਾ ਆਹ ਕੰਮ ਹੈ, ਆਹ ਕੰਮ ਹੈ। ਇਹਨਾਂ ਦੇ ਥੋੜ੍ਹੇ ਜਿਹੇ ਖੇਤ ਵੀ ਤੇ ਉਹਨਾਂ ਵਿੱਚ ਇਹ ਉਸ ਟਾਈਮ 'ਚ ਜ਼ਿਆਦਾ ਤਰਬੂਜ ਖਰਬੂਜੇ ਬੀਜਦੇ, ਅਤੇ ਨੰਗਲ ਕਲੋਨੀ ਵੀ ਇਹ ਚੱਲਦਾ ਤਾਂ ਕੰਮ ਪ੍ਰੋਜੈਕਟਾਂ ਦਾ, ਅਤੇ ਉੱਥੇ ਵੇਚ ਕੇ ਆਉਂਦੇ, ਅਤੇ ਉਹ ਬਾਈ ਰੇਲ ਜਾ ਕੇ ਉਹ ਵੀ ਗੱਲਾਂ ਉਹਨਾਂ ਨੇ ਦੱਸੀਆਂ। ਅਤੇ ਹੋਰ ਦੱਸੀਆਂ, ਕੈਰੋਂ ਦਾ ਮੁੰਡਾ ਆਉਂਦਾ ਤਾਂ ਪਤਾ ਨਹੀਂ ਗੁਰਿੰਦਰ ਕਿਆ ਨਾਂ ਦੱਸਦੇ ਤੇ, 2 ਮੁੰਡੇ ਤੇ ਉਹਨਾਂ ਦੇ ਕੈਰੋਂ ਦੇ, ਇੱਕ ਦਾ ਦੱਸਦੇ ਤੇ ਉਹ ਕਿ ਉਹ ਆਉਂਦਾ ਤਾਂ ਅਸੀਂ ਹਟਾਉਣਾ ਸਾਹਿਬ ਨੂੰ ਵੀ ਇਹ ਤਾਂ ਬੜੇ ਲੋਕ ਹੈ, ਉਹਦੀ ਕਾਰ 'ਚ ਆ ਜਾਂਦੇ ਤੇ ਕਾਲਜ ਤੋਂ, ਅਤੇ ਵੀ ਇਹਨਾਂ ਦੇ ਨਾਲ ਸਾਡਾ ਜਿਹੜਾ ਦਾਲ ਨਹੀਂ ਗਲਦੀ, ਅਤੇ ਤੇਰੇ ਨਾਲ ਦੋਸਤੀ ਰੱਖਦੇ ਹੈ, ਜਵਾਨ ਹੈ, ਤਕੜਾ ਹੈ, ਸੁੰਦਰ ਹੈ, ਤੇਰੇ ਵਰਗੇ ਬੰਦਿਆਂ ਨੂੰ ਉਹ ਜਾਣ ਕੇ ਹੀ ਰੱਖਦੇ ਆਪਣੇ ਨਾਲ। ਉਹ ਗਲਤ ਕੰਮ ਕਰਦੇ, ਉਹ ਆਪਾਂ ਫਸ ਜਾਂਗੇ ਕਿਤੇ, ਇਹ ਨਿਕਲ ਜਾਣੇ, ਉਹ ਤਾਂ ਇਹਦਾ ਬਾਪ ਤਾਂ ਬੜਾ ਆਦਮੀ ਹੈ, ਮੁੱਖ ਮੰਤਰੀ ਰਿਹਾ, ਇਹ ਛੱਡ ਪਰੇ ਤੂੰ ਇਹਨਾਂ ਗੱਲਾਂ ਨੂੰ। ਅਤੇ ਬਹੁਤ ਅਸੀਂ ਕੋਸ਼ਿਸ਼ ਕਰਨੀ। ਫਿਰ ਇੱਦਾਂ ਦੀਆਂ ਗੱਲਾਂ ਵੀ ਦੱਸੀਆਂ ਉਹਨਾਂ ਨੇ। ਫਿਰ ਇੱਕ ਇਹਨਾਂ ਦੇ ਪਿਤਾ ਜੀ ਨੇ ਦੱਸੀ ਵੀ ਮੈਂ ਇੱਥੇ ਤੇ ਤਰਬੂਜ ਵੇਚ ਕੇ ਆਇਆ ਨੰਗਲ 'ਤੇ ਖੇਤ ਦੇ ਵਿੱਚ ਜੱਫਾ ਲੱਗਿਆ ਵਾ ਕਾਂਚੀ ਰਾਮ ਦਾ, ਅਤੇ 2 ਬੰਦੇ ਪਏ ਇਹਨੂੰ, ਅਤੇ ਇੱਕ ਤਾਂ ਇਹਨੇ ਭਗਾ ਕੇ ਮਾਰਿਆ। ਐਕਚੁਅਲੀ ਸਾਹਿਬ ਹੈਲਦੀ ਬਹੁਤ ਤੇ, ਜਵਾਨ ਵੀ ਬਹੁਤ ਤੇ, ਕਿਆ ਬਾਤ ਹੈ। ਐਸੇ ਬੰਦੇ ਬਹੁਤ ਘੱਟ ਮਿਲਦੇ ਆ, ਸਪੈਸ਼ਲ ਇਹ ਰੂਪ ਰੱਬ ਨੇ ਬਣਾਇਆ ਹੋਇਆ ਤਾਂ ਉਹਨਾਂ ਦਾ। ਮੈਨੂੰ ਐਸੇ ਹੀ ਨਜ਼ਰ ਆਉਂਦਾ, ਅੱਜ ਵੀ ਚਿਹਰਾ ਆਉਂਦਾ ਜਦੋਂ ਸਾਹਮਣੇ ਉਹਨਾਂ ਦਾ। ਗਿਆ ਨੂੰ ਦੇਰ ਹੋ ਗਈ, ਲੇਕਿਨ ਉਹ ਸੀਨ ਜਦੋਂ ਆਉਂਦਾ ਬਸ ਕਿਆ ਹੈ, ਸਿਫਤਾਂ ਕਰਨ ਨੂੰ ਜੀ ਕਰੀ ਜਾਂਦਾ ਗਾ। ਐਸਾ ਬੰਦਾ ਜੰਮਣਾ ਹੀ ਨਹੀਂ ਹੈ। ਤੋ ਉਹ ਲੱਕੀ ਸੀਗੇ, ਕੋਈ ਪਰਮਾਤਮਾ ਨੇ ਸਪੈਸ਼ਲ ਦਿਨ ਬਣਾਇਆ ਹੋਇਆ ਤਾਂ ਉਹਨਾਂ ਨੂੰ। ਕੱਦ ਕਾਠ ਵੀ ਹੈ ਚਾਰੇ ਪਾਸੇ ਦੇ ਬਰਾਬਰ, ਹਾਈਟ ਵੀ ਠੀਕ ਠਾਕ, ਅੱਖਾਂ ਬਲੌਰੀ, ਔਰ ਚਿਹਰਾ ਪ੍ਰਭਾਵਿਤ। ਦੂਸਰੇ ਬੰਦੇ ਦੀ ਹਿੰਮਤ ਹੀ ਨਹੀਂ ਪੈਂਦੀ ਤੀ ਕਿ ਉਹਨਾਂ ਨੂੰ ਸੁਣ ਕੇ ਉਹਨਾਂ ਦਾ ਨਾ ਹੋ ਸਕੇ। ਐਸੀ ਕੋਈ ਮੈਂ ਨਹੀਂ ਸਮਝਦਾ ਕੋਈ ਇਸ ਤਰ੍ਹਾਂ ਦੀ ਹੋਊ। ਹਾਂ, ਬੇਸੁਰੇ ਬੇਗੁਰੇ ਆਦਮੀ ਵਿਰੋਧ ਜ਼ਰੂਰ ਕਰਦੇ ਹੁੰਦੇ ਹੈ, ਉਹ ਕਰਿਆ ਵੀ ਹੈ ਲੋਕਾਂ ਨੇ, ਪਰ ਉਹ ਆਪੇ ਨਹੀਂ ਥੇ ਕਿਸੇ ਕੰਢੇ 'ਤੇ। ਉਹ ਫਿਰ ਉਹਨਾਂ ਨੂੰ ਚੰਗਾ ਬੰਦਾ ਤਾਂ ਚੰਗਾ ਕਦੇ ਲੱਗਣਾ ਹੀ ਨਹੀਂ। ਤੋ ਐਸੇ ਲੋਕ ਵੀ ਆਏ ਹੈ ਸਮਾਜ ਦੇ ਵਿੱਚ, ਉਹਨਾਂ ਨਾਲ ਵੀ ਫਾਈਟ ਹੁੰਦੀ ਦੇਖੀ ਹੈ ਮੈਂ ਵੀ, ਅਸੀਂ ਵੀ ਵਿਰੋਧ ਕਰਿਆ ਉਹਨਾਂ ਦਾ। ਤੋ ਇਸ ਤਰ੍ਹਾਂ ਦੀਆਂ ਗੱਲਾਂ। ਅਤੇ ਫਿਰ ਇੱਕ ਵਾਰੀ ਉਹ ਕਹਿੰਦੇ ਵੀ ਜਦੋਂ ਆਏ ਨੇੜੇ, ਉਹ ਦੂਜਾ ਗੋਡਿਆਂ ਥੱਲੇ ਦੱਬ ਲਿਆ ਉਹਨਾਂ ਨੇ। ਅਤੇ ਮੈਂ ਵੀ ਕਿਹਾ ਉਸ ਟਾਈਮ, ਉਹਨਾਂ ਦੇ ਪਿਤਾ ਜੀ ਦੀ ਗੱਲ ਕਰ ਰਿਹਾ ਮੈਂ, ਸਰਦਾਰ ਹਰੀ ਸਿੰਘ ਜੀ ਦੀ। ਉਹਨਾਂ ਨੇ ਕਿਹਾ, ਕਹਿੰਦੇ ਉਹ ਕਾਂਥਾ ਕਹਿੰਦੇ, ਅਤੇ ਇੱਕ ਨਈ ਗੱਲ ਆਮ ਲੋਕਾਂ ਨੂੰ ਨਹੀਂ ਪਤਾ ਹੈਗਾ, ਉਹ ਮੈਨੂੰ ਵੀ ਨਹੀਂ ਤਾਂ ਪਤਾ ਇਸ ਗੱਲ ਦਾ, ਉਹ ਕਾਂਸਾ ਕਹਿੰਦੇ ਉਹਨਾਂ ਨੂੰ, ਕਾਂਚੀ ਰਾਮ ਜੀ ਨਹੀਂ ਕਹਿੰਦੇ ਤੇ ਉਹ ਕਾਂਚੀ ਰਾਮ, ਉਹ ਕਾਂਸਾ ਕਹਿ ਕੇ ਬੁਲਾਉਂਦੇ ਰਹੇ ਉਹਨਾਂ ਨੂੰ। ਉਹਨਾਂ ਦਾ ਜਿਹੜਾ ਘਰੇਲੂ ਨਾਂ ਤਾਂ ਫਾਦਰ ਨੇ ਰੱਖਿਆ ਹੋਇਆ, ਉਹ ਕਾਂਸਾ ਹੀ ਕਹਿੰਦੇ ਤੇ ਉਹਨੂੰ। ਮੈਂ ਵੀ ਅਚੰਭਾ ਹੋ ਗਿਆ ਸੁਣ ਕੇ, ਮੈਂ ਕਿਹਾ ਕਾਂਸਾ ਕਿਹਨੂੰ ਕਹਿੰਦੇ ਜੀ? ਕਹਿੰਦਾ ਕਾਂਚੀ ਰਾਮ ਨੂੰ। ਮੈਂ ਕਹਿੰਦਾ ਕਾਂਸਾ ਹੀ ਕਹਿੰਦਾ ਤੁਹਾਨੂੰ। ਕਹਿੰਦਾ ਮੈਂ ਕਿਹਾ ਕਾਂਸਾ ਆ ਗਿਆ, ਮੈਂ ਫਿਕਰ ਨਾ ਕਰੀ, ਦੱਬ ਲੈ ਇਹਨੂੰ। ਕਹਿੰਦਾ ਜਦੇ ਗੋਡਿਆਂ ਥੱਲੇ ਲੈ ਲਿਆ ਉਹਨੇ। ਤਾਂ ਮੈਂ ਕਿਹਾ ਉਹ ਤਾਂ ਵੈਸੇ ਹੀ ਪਹਿਲਵਾਨ ਟਾਈਪ ਤੇ ਵੀ ਉਹ ਕਿੱਥੇ ਉਹਨਾਂ ਦੇ, ਉਹ ਤਾਂ ਦੱਬਣਾ ਹੀ ਦੱਬਣਾ ਤਾਂ ਉਹਨਾਂ ਨੇ। ਇੰਨੀਆਂ ਦੀਆਂ ਗੱਲਾਂ ਵੀ ਸੁਣੀਆਂ। ਫਿਰ ਇਸ ਤੋਂ ਇਲਾਵਾ ਇੱਕ ਦਿਨ ਹਾਂ, ਉਹ ਮਾਂ ਨੇ ਵੀ ਗੱਲ ਕਰੀ, ਉਹ ਮੰਗਣੇ ਵਾਲੀ ਗੱਲ। ਮੰਗਣੇ ਨੂੰ ਕੋਈ ਦੇਖਣ ਆਏ, ਅਤੇ ਸਭ ਕਾਂਚੀ ਰਾਮ ਜੀ ਬਾਰੇ ਉਹ ਕਹਿੰਦੇ ਵੀ ਉਹ ਬਾਹਰ 'ਤੇ ਆਇਆ ਜੰਗਲ ਪਾਣੀ ਹੋ ਕੇ, ਅਤੇ ਦਾਤਣ ਮੂੰਹ 'ਚ ਉਹਦੇ। ਅਤੇ ਮੈਂ ਕਿਹਾ ਬਈ ਕਾਂਚੀ ਰਾਮ, ਵੀ ਤੈਨੂੰ ਦੇਖਣ ਵਾਲੇ ਆਏ ਹੋਏ ਹੈ, ਤੂੰ ਆਹ ਜਿਹੜੀ ਦਾਤਣ ਪਾਈ ਹੈ ਮੂੰਹ 'ਚ, ਇਹਨੂੰ ਸਿੱਟ, ਬਥੇਰੀ ਚੱਬ ਲਈ, ਅਤੇ ਹੁਣ ਤੂੰ ਆਪਣਾ ਹੱਥ ਮੂੰਹ ਧੋ, ਉੱਥੇ ਬੈਠ, ਅਤੇ ਚੰਗਾ ਲੱਗੇਗਾ ਸਾਹਮਣੇ। ਅਤੇ ਕਹਿੰਦੇ ਮੈਨੂੰ ਮਖੌਲ 'ਚ ਕਹਿੰਦਾ, ਤੇਰਾ ਤਾਂ ਮੂੰਹ ਧੋਤਾ ਹੋਇਆ ਤਾਂ ਤੂੰ ਹੀ ਦਿਖਾ ਦਿੰਦੀ ਆਪਣਾ। ਅਤੇ ਮੈਨੂੰ ਇਹ ਉੱਤਰ ਦਿੱਤਾ ਉਹਨਾਂ ਨੇ। ਅਤੇ ਇਸ ਤਰ੍ਹਾਂ ਮਖੌਲ ਵੀ ਕਰਦੇ ਤੇ ਉਹ ਸਮਾਜ ਵਿੱਚ ਵੀ, ਜਦੋਂ ਵੀ ਉਹ ਵਿਚਰਦੇ ਰਹੇ ਹੈ, ਟਾਈਮ ਟੂ ਟਾਈਮ ਮਖੌਲ ਵੀ ਕਰਦੇ ਰਹੇ।
ਇਸ ਤਰ੍ਹਾਂ ਦੇ ਮੈਨੂੰ ਇੱਕ ਯਾਦ ਆ ਗਈ ਇਹਦੇ ਨਾਲ ਗੱਲ, ਬਹੁਤ ਦੇਰ ਬਾਅਦ ਦੀ ਹੈ, ਤਾਂ ਪਾਰਟੀ ਵੀ ਬਣ ਗਈ ਤੀ। ਇਹ ਤਾਂ ਮੈਂ ਪਹਿਲਾਂ ਦੀਆਂ ਗੱਲਾਂ ਕਰਦਾ, ਬਾਮਸਬ ਟਾਈਮ ਦੀਆਂ। ਅਤੇ BBMP ਦੇ ਰੈਸਟ ਹਾਊਸ 'ਤੇ ਮੈਂ ਘਰ ਲਿਆਇਆ ਉਹਨਾਂ ਨੂੰ। ਮੈਨੂੰ ਪੁੱਛਣ ਲੱਗੇ ਵੀ ਮਕਾਨ ਪਹਿਲੇ ਵਾਲਾ ਹੀ ਹੈ। ਮੈਂ ਕਿਹਾ ਨਹੀਂ ਜੀ, ਪਹਿਲੇ ਵਾਲਾ ਨਹੀਂ, ਹੁਣ ਮੈਨੂੰ 3 ਟਾਈਪ ਮਿਲ ਗਿਆ, 3 ਕਮਰਿਆਂ ਦਾ ਸੈੱਟ ਆ, ਪਹਿਲਾਂ 2 ਦਾ, ਤਾਂ ਉਹ S2 ਟਾਈਪ ਦਾ। ਕਹਿੰਦੇ ਗੱਡੀ ਜਾਂਦੀ, ਮਕਾਨ ਜਾਂਦੀ, ਕਹਿੰਦੇ ਚੱਲ। ਅਤੇ ਗਏ ਘਰਾਂ, ਮੈਂ ਜਦੋਂ ਕੁਆਟਰ 'ਚ ਵੜਨ ਲੱਗੇ, ਮੈਂ ਘਰ ਵਾਲੀ ਨੂੰ ਕਹਿ ਬੈਠਿਆ, ਮੈਂ ਹਾਰ ਹੂਰ ਪਾਉਣਾ ਤਾਂ ਨੋਟਾਂ ਦਾ। ਬਹੁਤ ਹਾਜ਼ਰ ਜਵਾਬ ਤੇ ਸਾਹਿਬ ਕਾਂਸ਼ੀ ਰਾਮ ਕਹਿੰਦੇ ਘਰ ਦੇ ਕੇ ਗਿਆ ਤਾਂ ਪੈਸੇ। ਉਹਨਾਂ ਨੂੰ ਪਤਾ ਤਾਂ ਇਹ ਤਾਂ ਬਿਜ਼ੀ ਰਹਿੰਦਾ ਹਰ ਟਾਈਮ, ਪੈਸੇ ਕਿੱਥੇ ਦੀ ਪੈਸੇ ਕਲੈਕਟ ਕਰਨ ਦੀ ਆ, ਉਹਦੀ ਤਾਂ ਹੋਸ਼ ਹੀ ਨਹੀਂ ਤੀ ਮੈਨੂੰ ਇਹਨਾਂ ਗੱਲਾਂ ਦੀ। ਅਤੇ ਮੈਂ ਤਾਂ ਉਹਨਾਂ ਦੀ ਜੋ ਮੈਨੂੰ ਹੁਕਮ ਕਰ ਜਾਂਦੇ ਤੇ ਉਹ ਵੀ ਇਹ ਰਿਕੁਆਇਰਮੈਂਟ ਹੈਗੀਆਂ ਮੇਰੀਆਂ, ਇਹ ਪੂਰੀਆਂ ਹੋਣੀਆਂ ਚਾਹੀਦੀਆਂ। ਮੇਰੀ ਸੁਰਤੀ ਉੱਥੇ ਹੀ ਜੁੜੀ ਰਹਿੰਦੀ ਤੀ ਹਰ ਟਾਈਮ, ਨਾ ਮੈਂ ਕਦੇ ਖਾਣ ਦਾ ਪਰਵਾਹ ਕਰੀ, ਨਾ ਪਹਿਨਣ ਦੀ ਪਰੀ, ਬਸ ਉੱਥੇ ਹੀ ਲੱਗੀ ਰਹਿੰਦੀ। ਡਿਊਟੀ ਜ਼ਰੂਰ ਮੈਂ ਟਾਈਮ ਸਿਰ ਕਰ ਲੈਂਦਾ, ਬਾਕੀ ਸ਼ਨੀ ਐਤਵਾਰ ਲੇਖੇ ਇੱਧਰ ਹੀ ਆਉਂਦਾ ਤਾ। ਤੋ ਇਸ ਕਰਕੇ ਮਖੌਲ ਟਾਈਮ ਟੂ ਟਾਈਮ ਉਹ ਕਰ ਲੈਂਦੇ ਤੇ, ਜ਼ਿਆਦਾਤਰ ਉਹ ਹਸਮੁਖ ਰਹਿੰਦੇ ਤੇ। ਲੇਕਿਨ ਇਕੱਲੇ ਦੇ ਵਿੱਚ ਉਹ ਸੀਰੀਅਸ ਰਹੇ ਹੈ, ਜ਼ਿੰਦਗੀ ਦੇ ਵਿੱਚ ਬਹੁਤ ਸੀਰੀਅਸ ਰਹੇ। ਨੀਵੀਂ ਪਾ ਕੇ ਬੈਠ ਕੇ ਆਮ ਲੋਕਾਂ ਦੇ ਸਾਹਮਣੇ ਅੱਖ ਘੱਟ ਮਿਲਾਉਂਦੇ ਤੇ, ਜਦੋਂ ਮਿਲਾਉਂਦੇ ਤੇ ਫਿਰ ਅੱਖਾਂ 'ਚ ਅੱਖਾਂ ਰਲਦੀਆਂ ਨਹੀਂ ਤੀ ਝੂਠੇ ਬੰਦਿਆਂ ਦੀਆਂ, ਸੱਚੇ ਦੀ ਰਲਦੀ ਤੀ। ਤੋ ਇਸ ਤਰ੍ਹਾਂ ਦੀ ਉਹਨਾਂ ਦੀ ਨੇਚਰ ਤੀ, ਇਹ ਸ਼ਖਸੀਅਤ ਤੀ ਉਹਨਾਂ ਦੀ। ਤੋ ਉਹ ਮਖੌਲ ਵਾਲੀ ਗੱਲ ਵੀ ਲੰਘ ਗਈ। ਫਿਰ ਉਹਨਾਂ ਨੇ ਆਹ ਵੀ ਦੱਸਿਆ ਵੀ ਇਸ ਤਰ੍ਹਾਂ ਅਸੀਂ ਬੜੇ ਤਲੜੇ ਮਾਰੇ ਇਹਨਾਂ ਦੇ। ਉਹ ਮੰਗਣੀ ਕਰ ਵੀ ਦਿੱਤੀ ਤੀ ਸ਼ਾਇਦ ਮੇਲਾ ਰਾਮ ਇੱਧਰ ਦੇ ਹੁਸ਼ਿਆਰਪੁਰ ਸਾਈਡ ਦੇ ਹੈਗੇ ਤੇ, ਗੱਗੇ ਨਾਲ ਸ਼ੁਰੂ ਹੁੰਦੀ ਹੈ ਤਾਂ MLA ਨਾਂ, ਉਹ ਜਗ੍ਹਾ ਦਾ ਨਾਂ ਉੱਥੇ ਦੇਤੇ ਹੋ। ਅਤੇ ਉਹ ਵੀ ਫਿਰ ਰਹਿ ਗਈ। ਅਤੇ ਬਾਅਦ ਦੇ ਵਿੱਚ ਤਾਂ ਗੀਤ ਵੀ ਬਣੇ ਹੈ, ਸਿਹਰਾ ਨੀ ਮਾਏ ਮੈਨੂੰ ਕਫਨ ਚਾਹੀਦਾ। ਇਹ ਸ਼ਾਇਦ ਇਹ ਕਿਹੜਾ ਤਾਂ ਆਪਣਾ ਇੱਧਰ ਦਾ ਹੈ, ਬਹਿਲਪੁਰੀ ਨੇ ਗਾਇਆ ਹੈ ਗੀਤ। ਹਾਂ, ਇਹ ਮੇਰੇ ਕੋਲ ਵੀ ਗਿਆ ਤਾਂ ਵਿਚਾਰਾ, ਉੱਥੇ ਵੀ ਜਾ ਕੇ ਆਇਆ, ਅਤੇ ਸੁੰਦਰ ਨਗਰ ਉੱਥੇ ਵੀ ਗਾ ਕੇ ਆਇਆ ਹੈ। ਰਾਹੀ ਸਾਹਿਬ, ਜੋ 85 ਦੇ ਸ਼ੁਰੂਆਤ 85 ਵਿੱਚ ਡਿਸਪਿਊਟ ਹੋਣਾ ਸ਼ੁਰੂ ਹੋ ਗਿਆ ਬਾਮਸੇਬ ਦਾ, ਉਹਦੇ ਬਾਰੇ ਕੁਛ ਥੋੜ੍ਹਾ ਜਿਹਾ ਚਾਨਣਾ ਪਾਓ ਸਾਡੇ ਸਰੋਤਿਆਂ ਨੂੰ। 85 ਦੇ ਵਿੱਚ ਇਸ ਤਰ੍ਹਾਂ ਹੈ, ਬਾਮਸੇਬ ਦੇ ਵਿੱਚ ਕੁਛ ਲਾਲਚੀ ਲੋਕ ਤੇ ਜੋ ਫੰਡ ਇਕੱਠੇ ਹੁੰਦੇ ਤੇ ਉਹਨਾਂ ਫੰਡਾਂ ਦਾ ਮਿਸਯੂਜ਼ ਕਰਦੇ ਤੇ ਉਹ, ਅਤੇ ਉਹ ਪੈਸਾ ਪਰਸਨਲ ਯੂਜ਼ ਹੋਣ ਲੱਗ ਗਿਆ। ਕੰਨਾਂ ਦੁਆਰਾ, ਜਾਣੀ ਇਸ ਤਰ੍ਹਾਂ ਕੰਨਾਂ ਨਾਲ ਲੋਕਾਂ ਕੋਲ ਪਹੁੰਚਦੀ ਤੀ ਗੱਲ ਕਿ ਲੋਕ ਇਸ ਤਰ੍ਹਾਂ ਫੰਡ ਜਿਹੜਾ ਮਿਸਯੂਜ਼ ਲੱਗੇ ਕਰਨ, ਸਭ ਕੋਲ ਘੱਟ ਜਾਂਦਾ ਤਾ, ਅਤੇ ਉਹ ਖਾ ਪੀ ਜਾਂਦੇ ਤੇ ਲੋਕ। ਉਹਨਾਂ ਨੂੰ ਫਿਰ ਸਾਹਿਬ ਦੀ ਐਕਟੀਵਿਟੀ ਨੂੰ ਡਾਊਨ ਕਰਨ ਵਾਸਤੇ ਉਹਨਾਂ ਪਰ ਐਲੀਗੇਸ਼ਨ ਲਾਉਣੇ ਸ਼ੁਰੂ ਕਰ ਦਿੱਤੇ। ਦੋਸ਼ੀ ਖੁਦ ਉਹ ਤੇ, ਸਾਹਿਬ ਨਹੀਂ ਤਾਂ ਦੋਸ਼ੀ। ਸਾਹਿਬ ਤਾਂ ਪ੍ਰੋਪਰ ਯੂਟੀਲਾਈਜੇਸ਼ਨ ਕਰਦੇ ਤੇ ਪੈਸੇ ਦੀ, ਕਦੇ ਵੀ ਨਹੀਂ, ਕਿਉਂਕਿ ਉਹਨਾਂ ਦੇ ਤਾਂ ਮਿਸ਼ਨ ਬਹੁਤ ਵੱਡਾ ਤਾ। ਉਹਨਾਂ ਦਾ ਸੱਤਾ ਤੱਕ ਲਿਜਾਣਾ ਤਾ, ਸਮਾਜ ਨੂੰ ਸੱਤਾ ਦਿਵਾਉਣੇ ਦੀ ਸੋਚ ਤੀ ਉਹਨਾਂ ਦੀ, ਬਾਬਾ ਸਾਹਿਬ ਵਾਲੀ। ਬਾਬਾ ਸਾਹਿਬ ਦੀ ਸੋਚ ਤੋਂ 1 ਇੰਚ ਨਹੀਂ ਤੇ ਪਿੱਛੇ ਹਟ ਸਕਦੇ। ਹੀ ਵਾਜ਼ ਸੈਲਫ ਕਮਿਟਡ। ਇਸ ਕਰਕੇ ਉਹਨਾਂ ਨੇ ਸੈਲਫ ਇੰਪੋਜ਼ਡ ਇੰਸਟਰਕਸ਼ਨ ਵੀ ਆਪਣੇ ਉੱਤੇ ਇੰਪੋਜ਼ ਕਰੀਆਂ ਹੋਈਆਂ ਸੀ, ਅਤੇ ਜਾਣੀ ਆਪਣੇ ਆਪ ਉੱਤੇ ਆਪਣੀਆਂ ਪਾਬੰਦੀਆਂ ਲਾਈਆਂ ਹੋਈਆਂ ਤੀਆਂ। ਉਹਨਾਂ ਨੂੰ ਉਹ ਪੂਰਾ ਕਰਦੇ ਤੇ, ਉਹਨਾਂ ਪਾਬੰਦੀਆਂ ਦੇ ਅਨੁਸਾਰ ਹੀ ਆਪਣਾ ਉਹ ਐਕਸ਼ਨ ਕਰਦੇ ਤੇ, ਆਪਣੀ ਲਾਈਫ ਨੂੰ ਢਾਲਦੇ ਤੇ। ਅਤੇ ਉਹ ਕਿਵੇਂ ਕਰ ਸਕਦੇ ਤੇ ਇਸ ਤਰ੍ਹਾਂ ਮਿਸਯੂਜ਼ ਫੰਡਾਂ ਨੂੰ? ਨਹੀਂ ਕਰਦੇ ਸੀਗੇ ਉਹ। ਜਿਹੜੇ ਕਰਦੇ ਤੇ ਇਕੱਠੇ ਪੈਸੇ, ਮੈਂ ਉਦਾਹਰਨ ਦਊਂਗਾ, ਮੇਰੇ ਨਾਲ ਬੀਤੀ ਹੈ ਇਹ ਗੱਲ, ਉਦਾਹਰਨ ਦਊਂਗਾ। ਅਤੇ ਉਹਨਾਂ ਬੰਦਿਆਂ ਨੇ ਸ਼ਾਇਦ ਉਹ ਚਮਨ ਲਾਲ ਤਾਂ ਇਹਦੇ ਆਪਣੇ ਬਾਮਸੇਬ ਦਾ ਜੋ ਰੀਜਨ ਦਾ ਪ੍ਰਧਾਨ ਤਾ, ਕਿਆ ਨਾਂ ਤਾਂ ਇਹਦਾ, ਝੱਲੀ ਦਾ ਪੂਰਾ ਨਾਂ ਹੁਣ ਮੈਨੂੰ ਖਿਆਲ ਨਹੀਂ ਰਿਹਾ, ਤੇਜਿੰਦਰ ਸਿੰਘ ਝੱਲੀ। ਅਤੇ ਜਿਹੜੇ ਇਹ ਕਿ ਜੁੰਡਲੀ ਤੀ ਇੱਥੇ ਆਪਣੇ HMT ਦੇ ਵਿੱਚ, ਉਹਦੇ ਵਿੱਚ ਤਰਸੇਮ, ਪਤਾ ਨਹੀਂ ਚਮਨ ਲਾਲ ਕਿਆ ਨਾਂ ਤਾਂ, ਤਰਸੇਮ ਤਾਂ ਸ਼ਾਇਦ। ਉਹ ਤਾਂ ਮੇਰੇ ਪਾਸ ਇੱਕ ਵਾਰੀ DS4 ਦੇ ਇਲੈਕਸ਼ਨਾਂ ਦੇ ਵਿੱਚ ਉੱਤੇ ਜਾ ਕੇ ਨਸ਼ਹਿਰੇ ਮੈਂ ਪੈਸੇ ਲੋਕਾਂ 'ਤੇ ਇਕੱਠੇ ਕਰੇ, ਸਾਹਿਬ ਨੂੰ ਟੈਲੀਗ੍ਰਾਮਾਂ ਕਰਦਾ ਰਿਹਾ, ਬਾਅਦ ਦੀ ਗੱਲ ਹੈਗੀ। ਅਤੇ ਉਹ ਕਰਦਾ ਰਿਹਾ ਟੈਲੀਗ੍ਰਾਮਾਂ ਵੀ ਅਸੀਂ ਆਊਟ ਆਫ ਪਾਕਟ ਹੋ ਗਏ ਹਾਂ, ਅਤੇ ਬਾਅਦ 'ਚ ਸਾਹਿਬ ਵੀ ਗਏ ਪੈਸੇ ਲੈ ਕੇ, ਥੋੜ੍ਹੇ ਦੇ ਕੇ ਵੀ ਆਏ ਸਾਨੂੰ 2-3 ਬੰਦਿਆਂ ਨੂੰ। ਸ਼ਾਇਦ ਉਸ ਟਾਈਮ ਥੋੜ੍ਹੇ 300 ਦੇ ਗੇੜ ਦੇ ਵਿੱਚ, ਰਜੌੜੀ ਜ਼ਿਲ੍ਹੇ ਦੀ ਗੱਲ ਹੈ। ਅਤੇ
ਇਹ ਉਸ ਟਾਈਮ ਮੈਂ ਬੇਵਸੀ ਦੇ ਵਿੱਚ ਲੋਕਾਂ 'ਤੇ ਪੈਸਾ ਇਕੱਠਾ ਕਰਿਆ, ਲੋਕਾਂ ਦੇ ਮਹੱਲਿਆਂ 'ਚ ਜਾ ਕੇ ਜਿਹੜੇ ਨਾਲ ਬੰਦੇ ਬਾਹਰ ਦੇ ਉਹਨਾਂ ਪ੍ਰਦੇਸ਼ਾਂ 'ਤੇ ਗਏ ਹੋਏ ਤੇ ਲੰਗਰ ਚਲਾਉਂਦੇ ਤੇ ਉਹਨਾਂ ਵਾਸਤੇ ਮੈਂ ਉਹ ਬੋਰੀ ਵਿੱਚ ਆਟਾ ਚੌਲ ਇਕੱਠੇ ਕਰਕੇ ਲਿਆ ਕੇ ਸਿੱਟੇ ਉੱਤੇ ਲੰਗਰ ਚਲਾਉਣ ਵਾਸਤੇ। ਉਹ ਵਿਚਾਰੇ ਹੋਰ ਪ੍ਰਦੇਸ਼ ਦੇ ਤੇ ਜਨਾਨੀਆਂ ਵੀ ਤੀਆਂ ਨਾਲ, ਸਾੜੀਆਂ ਤੀਆਂ ਪਹਿਨਦੀਆਂ, ਉਹ ਸ਼ਾਇਦ ਮਹਾਰਾਸ਼ਟਰ ਸਾਈਡ 'ਤੇ ਹੈਗੇ ਸੀਗੇ ਉਹ। ਅਤੇ ਇਸ ਤਰ੍ਹਾਂ ਉਹ ਪੈਸੇ ਇਕੱਠੇ ਵੀ ਕਰੇ ਹੋਏ ਵੀ ਮੇਰੇ 'ਤੇ ਉਲਟਾ ਆਪਣੇ ਬੈਟਰੀਆਂ ਦੇ ਪੈਸੇ ਦੇਣੇ, ਸਪੀਕਰਾਂ ਦੇ ਹੈ ਜੀ, ਤੇਲ ਵਾਸਤੇ ਪੈਸੇ ਮੁੱਕ ਜਾਂਦੇ ਤੇ ਉਹ ਦੇਣ ਨੂੰ ਡਿਊ ਤੇ ਉਹ ਮੈਨੂੰ ਜਾ ਕੇ ਪੁੱਛਣ ਲੱਗ ਗਏ ਕਿ ਕਿੰਨੇ ਪੈਸੇ ਇਕੱਠੇ ਕਰੇ। ਮੇਰੇ ਮੂੰਹ 'ਤੇ ਨਿਕਲ ਗਿਆ ਵੀ ਸਾਨੂੰ ਤਾਂ ਬੁੱਤਾ ਸਾਰਨ ਲਈ ਪੈਸੇ ਲੋਕਾਂ 'ਤੇ ਮੰਗਣੇ ਪੈ ਗਏ। ਘਰਾਂ ਮਹੱਲਿਆਂ 'ਚ ਜਾ ਕੇ ਪਿੰਡਾਂ ਵਿੱਚ ਗਿਆ ਮੈਂ, ਅਤੇ ਪ੍ਰਚਾਰ ਕਰਨਾ ਵਾਸਤੇ ਆਏ ਹੋਏ ਹੈ ਅਤੇ ਸਾਨੂੰ ਤਾਂ ਆਹ ਵੀ ਕੰਮ ਕਰਨਾ ਪੈ ਗਿਆ ਇੱਥੇ ਆ ਕੇ। ਅਤੇ ਉਹ ਕਹਿੰਦਾ ਕਿੰਨੇ ਪੈਸੇ ਲਿਆਓ ਰੇ। ਮੈਂ ਕਿਹਾ ਉਹ ਮੇਰੇ 'ਤੇ ਵੀ ਲੈ ਲਏ ਪੈਸੇ। ਫਿਰ ਮੈਂ ਗੁੱਸੇ 'ਚ ਬੋਲਿਆ ਬਈ ਤੁਸੀਂ ਇਹ ਠੱਗੀ ਮੇਰੇ ਨਾਲ ਮਾਰ ਰਹੇ, ਇਹ ਕਿਉਂ ਕਰਿਆ ਇਸ ਤਰ੍ਹਾਂ, ਦੇ ਪੈਸੇ ਵਾਪਸ। ਮੈਂ ਕਿਹੜਾ ਹੋ ਗਿਆ, ਫਿਰ ਦੁਖੀ ਹੋਇਆ ਵਾ ਤਾਂ ਮੈਂ। ਆਟੇ ਮੰਗ ਕੇ ਅਸੀਂ ਮੂਵਮੈਂਟ ਚਲਾ ਰਹੇ ਹੈ, ਅਸੀਂ ਪੈਸੇ ਮੰਗ ਕੇ ਮੂਵਮੈਂਟ ਚਲਾ ਰਹੇ ਹੈ, ਉਹ ਇਹ ਉੱਪਰ 'ਤੇ ਆ ਕੇ ਠੱਗੀ ਮਾਰ ਰਹੇ। ਤੋ ਇਸ ਤਰ੍ਹਾਂ ਕਰਕੇ ਮੈਨੂੰ ਤਾਂ ਡਾਊਟ ਪੈ ਗਈ ਸੀ ਇਹਨਾਂ ਲੋਕਾਂ ਨੇ ਹੀ ਵਾਮਸਵ ਦੇ ਵਿੱਚ ਫੜ ਪਾਇਆ, ਔਰ ਵਾਮਸਵ ਨੂੰ ਔਰ ਇਹਨਾਂ ਲੋਕਾਂ ਨੂੰ ਕਿਸੇ ਰਾਜਨੀਤਿਕ ਦਲ ਨੇ, ਸਾਨੂੰ ਕਿਸੇ ਤੋਂ ਪਤਾ ਵੀ ਲੱਗ ਗਿਆ ਤਾਂ ਜਦੋਂ ਬਾਅਦ 'ਚ ਇਹ ਹੋਈ ਪਾਰਟੀ ਬਣੀ ਆ ਉਦੋਂ ਕਿਹਾ ਗਿਆ, ਖੁੱਲ੍ਹ ਕੇ ਆਈ ਤੀ ਇਹ ਗੱਲ ਬਾਅਦ ਵਿੱਚ, ਉਸੀ ਵਾਮਸਵ ਦੇ ਥਰੂ ਉਹਨਾਂ ਹੀ ਲੋਕਾਂ ਦੇ ਥਰੂ, ਤਜਿੰਦਰ ਸਿੰਘ ਝੱਲੀ ਔਰ ਦੂਆ ਤਰਸੇਮ, ਹੋਰ ਵੀ ਤੇ ਕਈਆਂ ਦੇ ਨਾਂ ਨੂੰ ਭੁੱਲ ਗਏ ਮੈਨੂੰ ਹੁਣ, ਬਹੁਤ ਤੇ ਬੰਦੇ, ਇਹ ਜੁੰਡਲੀ ਤੀ ਪੂਰੀ। ਇਹਨਾਂ ਨੇ ਉਹ ਮਿਸਯੂਜ਼ ਕਰਿਆ ਪੈਸਾ, ਔਰ ਵਾਮਸਵ ਦੇ ਵਿੱਚ ਇਹ ਗੱਲ ਪਹੁੰਚਾਤੀ ਕਿ ਸਾਹਿਬ ਕਾਂਚੀ ਰਾਮ ਹੈ ਜਿਹੜਾ, ਇਹ ਬਹੁਤ ਹੀ ਮਿਸਯੂਜ਼ ਕਰ ਰਿਹਾ ਹੈ ਔਰ ਪੈਸੇ ਨੂੰ, ਔਰ ਗੁੰਮਰਾਹ ਕਰ ਰਿਹਾ ਸਮਾਜ ਨੂੰ। ਉਹ ਚਾਲਤੀ ਕਿਸੇ ਪਾਰਟੀ ਦੀ, ਔਰ ਉਹ ਪਾਰਟੀ ਨੇ ਲਾਸਟ ਵਿੱਚ ਜਦੋਂ BSP ਖੜੀ ਹੋਈ ਹੈ, ਇਹਦਾ ਜਨਮ ਹੋਇਆ 14 ਅਪ੍ਰੈਲ ਆਪਣੇ 1984 ਨੂੰ ਹੈ ਜੀ, ਅਤੇ ਉਸ ਟਾਈਮ ਇਹ ਅਖਬਾਰਾਂ ਵਿੱਚ ਵੀ ਆ ਗਈ ਸੀ। ਕਾਂਚੀ ਰਾਮ ਬਹੁਤ ਚਲਾਕ ਨਿਕਲਿਆ, ਇਹ ਦਲਿਤ ਸਮਾਜ ਨੂੰ ਹੈ ਜਿਹੜਾ ਯੂਜ਼, ਨਿੰਬੂ ਦੀ ਤਰ੍ਹਾਂ ਯੂਜ਼ ਕਰਕੇ ਨਿਚੋੜ ਕੇ ਸਿੱਟ ਗਿਆ। ਇਹ ਗੱਲ ਬਾਅਦ 'ਚ ਆਈ, ਉਹਨਾਂ ਲੋਕਾਂ ਦੇ ਥਰੂ ਇਹ ਫੈਲੀ ਗੱਲ, ਅਤੇ ਫਿਰ ਇਹ ਕਨਫਰਮ ਹੋ ਗਈ ਤੀ ਵੀ ਇਹ ਇਹਨਾਂ ਦੀ ਚਾਲਤੀ ਵਾਮਸਵ ਦੇ ਵਿੱਚ। ਇਹਨਾਂ ਨੇ ਦੋ ਫਾੜ ਕਰਕੇ ਉਹਨੂੰ, ਜਿਹੜੇ ਸੱਚੇ ਸੁੱਚੇ ਲੋਕ ਤੇ ਉਹ ਰਹਿ ਗਏ ਸਾਹਿਬ ਕਾਂਚੀ ਰਾਮ ਨਾਲ। ਇਹਨੂੰ ਮੈਂ ਲਿੰਕ ਕਰਦਾ 1985 ਦੇ ਨਾਲ। ਸਾਹਿਬ ਗਏ ਉੱਥੇ, ਉਸ ਟਾਈਮ ਮੇਰਾ ਰੈਜ਼ੀਡੈਂਸ ਤਾਂ S2 942 ਸਰਕਾਰੀ ਕੁਆਟਰ ਤਾਂ ਮੇਰੇ ਪਾਸ, ਅਤੇ ਸਾਹਿਬ ਨੇ ਅੰਬੈਸਡਰ ਸੈਕਿੰਡ ਹੈਂਡ ਲਈ ਤੀ ਉਸ ਟਾਈਮ। ਪਹਿਲਾਂ ਬੱਸਾਂ 'ਚ ਆਉਂਦੇ ਤੇ, ਕਈ ਵਾਰ ਉੱਥੋਂ 26 ਕਿਲੋਮੀਟਰ ਅੱਗੇ ਮੰਡੀ ਹੈ, ਮੈਂ ਮੰਡੀ ਦੀ ਬੱਸ ਚੜਾਉਂਦਾ ਤਾਂ ਉਹਨਾਂ ਨੂੰ ਟਿਕਟ ਲੈ ਕੇ ਐਡਵਾਂਸ ਇੱਕ ਦਿਨ ਪਹਿਲਾਂ ਬੁਕਿੰਗ ਕਰਾਉਣੀ ਪੈਂਦੀ ਸੀ ਉਸ ਜ਼ਮਾਨੇ। ਦਿੱਲੀ ਵਾਲੀ ਬੱਸ ਚੜਾਉਣਾ ਸੀ ਉਹਨਾਂ ਨੂੰ, ਔਰ ਉਹ ਪਹਿਲੀ ਜਿਹੜੀ ਸੀਟ ਹੈ ਲੈਂਦੇ ਤੇ ਪਹਿਲਾਂ ਜਿੱਧਰੋਂ ਉਤਰਦੀਆਂ ਸਵਾਰੀਆਂ ਉਸ ਪਾਸੇ ਦੇ ਉਹਦੇ ਨਾਲ ਦੀ ਪਹਿਲੀ ਸੀਟ ਲੈਂਦੇ ਤੇ ਉਹਨਾਂ ਨੂੰ ਥੋੜ੍ਹਾ ਲੰਬੇ ਲੰਜੇ ਤੇ ਉਹ ਸਰੀਰ ਦੇ ਪੱਟ ਬਹੁਤ ਭਾਰੀ ਤੇ ਉਹਨਾਂ ਦੇ, ਉਹ ਬੈਠਣੇ ਨੂੰ ਸੌਖ ਹੋ ਜਾਂਦਾ ਤਾਂ ਨਸਾਲਣੇ ਨੂੰ ਲੱਤਾਂ ਅਤੇ ਲੰਬੇ ਸਫ਼ਰ ਵਾਸਤੇ। ਅਤੇ ਉਹ ਕਹਿੰਦੇ ਹੁੰਦੇ ਤੇ ਵੀ ਆਹ ਸੀਟ ਮੈਨੂੰ ਚਾਹੀਦੀ ਹੈਗੀ, ਅਤੇ ਮੈਂ ਉੱਥੇ ਤੇ ਕਰਾਉਂਦਾ ਤਾਂ ਬੁੱਕ। ਫਿਰ ਉਹ ਤੰਗ ਹੁੰਦੇ ਤੇ, ਨਾਲੇ ਮੂਵਮੈਂਟ ਵੱਧ ਗਈ, ਲੋਕਾਂ 'ਚ ਜਾਣਾ ਫਿਰ ਉਹਨਾਂ ਨੂੰ ਦਿੱਕਤ ਆਉਂਦੀ ਤੀ। ਉਹਨਾਂ ਨੇ ਅਤੇ ਸੈਕਿੰਡ ਹੈਂਡ ਅੰਬੈਸਡਰ ਗੱਡੀ ਲਈ ਤੀ, ਉਹ ਲੈ ਕੇ ਮੇਰੇ ਕੁਆਟਰ ਦੇ ਬਾਹਰ ਸੜਕ 'ਤੇ ਖੜ੍ਹਾ ਤੀ। ਉਹ ਹਾਈਟ ਪਰ ਤਾ ਥੋੜ੍ਹਾ ਜਿਹਾ ਸੜਕ ਤੋਂ, ਪਗਡੰਡੀ ਜੀ ਉਹ ਚੜ੍ਹਦੇ ਤੇ ਥੋੜ੍ਹੀ ਜਿਹੀ 10-15 ਫੁੱਟ ਦੀ ਚੜ੍ਹ ਕੇ ਅੰਦਰ ਕੁਆਟਰ ਤੱਕ ਜਾਣੇ ਨੂੰ। ਅਤੇ ਉਹ ਜਦੋਂ ਮੈਂ ਉਹਨਾਂ ਨੂੰ, ਹਾਂ ਇੱਕ ਘਟਨਾ ਹੋਰ ਹੋਈ ਉਸ ਟਾਈਮ ਕਿ ਅੰਦਰ ਬੈਠੇ ਬੈਠੇ ਗੱਲਾਂ ਹੋਈਆਂ, ਨਾਲ ਉਹਦੇ ਪ੍ਰੈਜ਼ੀਡੈਂਟ ਤੇ ਉੱਥੇ ਬਣਾਏ ਵੇ ਆਪਣੇ ਨਰਪਤ ਰਾਮ ਚੌਹਾਨ, ਉਹਨਾਂ ਦੀ ਮਿਸਿਸ, ਉਹਨਾਂ ਦੀ ਲੜਕੀ ਵੀ ਸ਼ਾਇਦ ਨਾਲ ਸੀਗੀ, ਅਤੇ ਉਹ ਵੀ ਆਏ ਸੀ ਨਾਲ। ਅਤੇ ਉਸ ਟਾਈਮ ਅੰਦਰ ਗੱਲਾਂ ਤੋਂ ਬਾਅਦ ਉਹ ਜਦੋਂ ਐਂਟਰ ਹੋਏ ਸਾਹਿਬ ਕਮਰੇ 'ਚ, ਮੇਰੇ ਟੇਬਲ 'ਤੇ ਰੋਲ ਨੰਬਰ ਪਿਆ ਤਾ, ਅਤੇ ਸਾਹਿਬ ਕਹਿੰਦੇ, ਉਹ ਫੋਟੋ ਦੇਖ ਕੇ ਕਹਿੰਦੇ ਇਹ ਕਿਹਾ ਵੀ, ਮੈਂ ਕਿਹਾ ਜੀ ਮੈਨੂੰ ਕੁਛ ਲਿਖਣ ਦੀ ਆਦਤ ਹੈ, ਅਤੇ ਰਿਟਾਇਰਮੈਂਟ ਤੋਂ ਬਾਅਦ ਕੁਛ ਲਿਖਾਂਗਾ, ਪਰ ਹੁਣ ਤਾਂ ਮੈਂ ਗ੍ਰੈਜੂਏਟ ਹਾਂ, MA ਕਰਨੀ ਚਾਹੁੰਦਾ ਮੈਂ। ਉਹ ਮੈਨੂੰ ਉਹਨਾਂ ਨੇ ਕਿਹਾ ਵੀ ਬਹੁਤ ਬੰਦੇ ਦੇਖੇ, ਚੀਫ ਸੈਕਟਰੀਆਂ ਤੱਕ ਮੈਂ ਬਹੁਤ ਪੜ੍ਹੇ ਲਿਖੇ ਦੇਖੇ, PhD ਵਾਲੇ ਵੀ ਦੇਖੇ, IAS ਵੀ ਦੇਖੇ, IPS ਵੀ ਦੇਖੇ, ਬਈ ਉਹ ਤਾਂ ਆਪਣਾ ਜਾਤ ਵੀ ਲੁਕਾਉਂਦੇ ਫਿਰਦੇ ਹੈਗੇ ਹੈਂ। ਤੁਹਾਡੇ ਵਰਗੇ ਮੈਨੂੰ ਨਤੜਕ ਔਰ ਉਹਨਾਂ ਲੋਕਾਂ ਦੀ ਲੋੜ ਹੈ ਜਿਹੜੇ ਸਮਾਜ ਦੇ ਵਿੱਚ ਕੰਮ ਕਰਨ, ਔਰ ਤੂੰ ਫਿੱਟ ਲੱਗਿਆ ਮੈਨੂੰ, ਮੈਂ ਤਾਂ ਤੈਨੂੰ ਕਹਿ ਰਿਹਾ ਇਹ ਗੱਲ
ਤੂੰ ਮੇਰੀ ਮੂਵਮੈਂਟ ਲਈ ਫਿੱਟ ਆਦਮੀ ਹੈ, ਮੈਂ ਤੈਨੂੰ ਤਾਂ ਗੱਲ ਕਹਿਣਾ ਹੈ, ਇਹਨੂੰ ਛੱਡ ਦੇ, ਕੁਛ ਨਹੀਂ ਧਰਿਆ ਵਾ ਇਹਦੇ 'ਚ, ਐਮ ਏ ਕਰਕੇ ਵੀ ਕੁਛ ਨਹੀਂ ਬਣਨਾ। ਪੀਐਨ ਸਵਰਨ ਜਾਤੀ ਦਾ ਹੋਊਗਾ ਤਾਂ ਉਹ ਗਲਾਸ ਪਾਣੀ ਦਾ ਦੇਣ ਆਉਂਦਾ ਆਈਏਐਸ ਅਫਸਰ ਨੂੰ ਜਾਂ ਹੋਰ ਕਿਸੇ ਨੂੰ, ਤਾਂ ਉਹ ਬਾਅਦ ਦੇ ਵਿੱਚ ਕਹਿੰਦਾ ਬਾਬਾ ਸਾਹਿਬ ਨੂੰ ਗਾਲਾਂ ਕੱਢੂਗਾ ਕਿ ਉਹਨੇ ਬਰਾਬਰ ਕਰ ਦਿੱਤੇ, ਸਾਨੂੰ ਚੂੜੇ ਚਮਾਰਾਂ ਨੂੰ ਪਾਣੀ ਪਿਲਾਉਣਾ ਪੈਂਦਾ ਹੈ ਜੀ। ਵੱਡੀ ਜਾਤ ਦਾ ਸਵਰਨ ਜਾਤੀ ਦਾ ਬੰਦਾ ਇਸ ਤਰ੍ਹਾਂ ਬੋਲਦਾ, ਕਿਆ ਇੱਜ਼ਤ ਹੈ ਵੀ ਉਸਦੀ। ਮੈਂ ਇਸ ਲਈ ਔਲਖ ਜਗਾਉਣਾ ਤਾਂ ਕਿ ਤੁਹਾਨੂੰ ਅਣਖ ਆਵੇ। ਤੋ ਬੇਅਣਖਿਆਂ ਦੇ ਵਿੱਚ ਜਾ ਕੇ ਅਣਖ ਜਗਾਉਣੀ, ਤੁਸੀਂ ਔਲਖ ਜਗਾ ਕੇ ਅਣਖੀ ਬਣਾਉਣਾ ਉਹਨਾਂ ਨੂੰ। ਉਸ ਵਾਸਤੇ ਮੈਨੂੰ ਤੂੰ ਚਾਹੀਦਾ ਹੀ ਚਾਹੀਦਾ। ਔਰ ਨੰਬਰ 2, ਇਹ ਜਿਹੜੀ ਹਿਲਚੁਲ ਹੋਈ ਹੈ ਵਾਮਸਬ ਦੇ ਵਿੱਚ ਅਤੇ ਇੱਥੇ ਤੱਕ ਹਵਾ ਆਈ ਹੈ। ਮੈਂ ਕਿਹਾ ਹਵਾ ਆਏ 20 ਵਾਰੀ, ਦੀਪ ਸਿੰਘ ਰਾਹੀ ਨਹੀਂ ਹਿੱਲੇਗਾ, ਕਿਉਂਕਿ ਮੈਂ ਉਹਨਾਂ ਤੋਂ ਐਡਵਾਂਸ ਸੋਚ ਦਾ ਮਾਲਕ ਹਾਂ। ਤੁਹਾਡੀ ਸੋਚ ਨਾਲ ਟੱਚ ਹੋ ਚੁੱਕਾ, ਤੁਹਾਡੀ ਸੋਚ ਬਹੁਤ ਉੱਚੀ ਲੱਗੀ ਮੈਨੂੰ, ਇਸ ਲਈ ਮੈਂ ਜੁੜਿਆ। ਮੇਰੇ 'ਤੇ ਅਸਰ ਨਹੀਂ ਹੋਣਾ ਕਿਸੇ ਦਾ ਵੀ। ਅਤੇ ਜਦੋਂ ਵਾਪਸ ਥੱਲੇ ਸੜਕ 'ਤੇ ਆ ਕੇ ਬੈਠਣ ਲੱਗੇ ਗੱਡੀ 'ਚ, ਫਿਰ ਉਹਨਾਂ ਨੇ ਰਿਪੀਟ ਕਰੀ ਉਹ ਗੱਲ ਵੀ ਦੇਖੀ ਕਿਤੇ ਹਿੱਲ ਨਾ ਜਾਈ। ਮੈਂ ਕਿਹਾ ਮੈਂ ਨਹੀਂ ਹਿੱਲਦਾ, ਤੁਸੀਂ ਆਪਣਾ ਹੱਥ ਰੱਖਣਾ ਉੱਪਰ। ਫਿਰ ਉਹਨਾਂ ਨੇ ਕਿਹਾ ਮੇਰਾ ਹੱਥ ਹਮੇਸ਼ਾ ਹੀ ਹੈ। ਹੁਣ ਅੰਦਰ ਦੀ ਗੱਲ ਵੀ ਯਾਦ ਆ ਗਈ ਮੈਨੂੰ, ਉਹ ਵੀ ਦੱਸ ਦਿੰਦਾ। ਉਸ ਟਾਈਮ 84 ਦੇ ਦੰਗਿਆਂ ਕਾਰਨ ਸਿੱਖਾਂ ਪਰ ਜਿਹੜੇ ਹੋਏ ਤੇ, ਮੇਰਾ ਆਉਣਾ ਜਾਣਾ ਬੰਦ ਹੋ ਗਿਆ ਤਾਂ ਫੀਲਡ ਵਿੱਚ। ਅਤੇ ਜਿਹੜਾ ਪ੍ਰੈਜ਼ੀਡੈਂਟ ਤਾਂ ਬਣਾਇਆ ਹੋਇਆ ਪਹਿਲਾਂ DS4 ਦਾ ਵੀ ਰਿਹਾ, ਵਾਮਸਬ ਦਾ ਵੀ ਰੱਖਿਆ ਸੀ ਜ਼ਿਲ੍ਹੇ ਦਾ, ਉਹ ਨਰਪਤ ਰਾਮ ਚੌਹਾਨ, ਅਤੇ ਬਾਅਦ ਦੇ ਵਿੱਚ ਪਾਰਟੀ ਦਾ ਵੀ ਬਣਿਆ ਉਹ 84 ਤੋਂ ਬਾਅਦ। ਇਹ ਆਪਣੇ ਲੋਹਾਰ ਜਾਤੀ 'ਚੋਂ ਹੈਗੇ ਤੇ ਉਸ ਟਾਈਮ ਚਮਾਰ ਜਾਤੀ ਦੇ ਲੋਕ ਡਰਦੇ ਬਹੁਤ ਤੇ, ਅਤੇ ਡਰਨੇ ਦੀ ਵੀ ਮੈਂ ਕਹਾਣੀ ਦੱਸ ਦਿੰਦਾ ਕਿਉਂ ਡਰਦੇ ਤੇ। ਅਤੇ ਉਹ ਸਾਹਿਬ ਅੰਦਰ ਗੱਲ ਕਰਦੇ ਤੇ ਬਈ ਉਹਨੂੰ ਨਰਪਤ ਰਾਮ ਚੌਹਾਨ ਨੂੰ ਝਿੜਕ ਰਹੇ ਤੇ ਵੀ ਤੂੰ ਕਿਉਂ ਫੀਲਡ ਵਿੱਚ ਜਾਣਾ ਛੱਡਿਆ। ਅਤੇ ਸਾਹਿਬ ਨੇ ਮੇਰੇ ਬਿਨਾਂ ਪੁੱਛੇ ਆਪਣੇ ਆਪ ਪਲੀਡ ਕਰਿਆ, ਮੇਰੀ ਤਰਫੋਂ ਪਲੀਡ ਕਰਤਾ ਉਹਨੂੰ ਸਮਝਾਉਣ ਲਈ, ਨਰਪਤ ਰਾਮ ਚੌਹਾਨ ਨੂੰ, ਚੌਹਾਨ ਗੋਤ ਹੈ ਉਹਦਾ। ਅਤੇ ਉਹਨੂੰ ਕਹਿਣ ਲੱਗੇ ਵੀ ਇਹਦੇ ਤਾਂ ਸਿਰ ਪਰ ਬਾਲ ਹੈ, ਇਹਦੇ ਤਾਂ ਮੂੰਹ ਪਰ ਦਾੜੀ ਹੈ, ਇਹਦੇ ਤਾਂ ਮੁੱਛਾਂ ਹੈਗੀਆਂ, ਇਹਦੀ ਤਾਂ ਆਇਡੈਂਟੀਫਿਕੇਸ਼ਨ ਦੂਰ 'ਤੇ ਹੋ ਜਾਂਦੀ ਹੈ, ਸਿੱਖ ਹੈ, ਸਿੱਖਾਂ ਦਾ ਮੂਵਮੈਂਟ ਚੱਲੀ, ਕਤਲੇਆਮ ਹੋਇਆ, ਇਹ ਤਾਂ ਸ਼ਾਇਦ ਉਸ ਕਰਕੇ ਨਹੀਂ ਜਾਂਦਾ ਹੋਊਗਾ, ਇੱਥੇ ਤਾਂ ਸਿੱਖ ਹੈ ਵੀ ਗਿਣਤੀ ਦੇ ਗਿਣਵੇਂ ਉਂਗਲੀਆਂ ਪਰ, ਅਤੇ ਤੂੰ ਫੀਲਡ ਵਿੱਚ ਇੰਡੀਪੈਂਡੈਂਟ ਕਿਉਂ ਨਹੀਂ ਜਾਂਦਾ। ਪਹਿਲਾਂ ਤਾਂ ਚੁੱਪ ਰਿਹਾ ਸਾਹਿਬ, 2 ਵਾਰ ਕਹਿ ਚੁੱਕੇ ਵੀ ਤੂੰ ਬੋਲਦਾ ਕਿਉਂ ਨਹੀਂ। ਕਹਿੰਦਾ ਜੀ ਅਸਲ 'ਚ ਫੀਲਡ ਦੇ ਮਾਸਟਰ ਇਹੀ ਹੈ, ਜਿਸ ਤਰ੍ਹਾਂ ਇਹ ਸਮਝਾ ਸਕਦੇ। ਇਹਨਾਂ ਪਰ ਲਿਟਰੇਚਰ ਬਹੁਤ ਹੈ, ਇਹਨਾਂ ਨੇ ਪੜ੍ਹਿਆ ਵਾ ਵੀ ਬਹੁਤ ਹੈ ਲਿਟਰੇਚਰ, ਅਤੇ ਜਾਣਦੇ ਪਤਾ ਨਹੀਂ ਕਿੱਥੋਂ ਸਿੱਖੇ ਕਿੱਥੋਂ ਨਹੀਂ। ਕੋਈ ਤੁਹਾਡੇ ਵਾਲਾ ਤਾਂ ਮੈਨੂੰ ਵੀ ਆਉਂਦਾ, ਪਰ ਮੈਂ ਉਹਨਾਂ ਐਕਸਪ੍ਰੈਸ ਨਹੀਂ ਕਰ ਸਕਿਆ, ਇਹ ਮੇਰੀ ਕਮਜ਼ੋਰੀ ਸਮਝੋ ਤੁਸੀਂ। ਅਤੇ ਉਹ ਕਹਿੰਦੇ ਜੇ ਇਹਦੀ ਜ਼ਰੂਰਤ ਸਮਝਦਾ ਤਾਂ ਇੱਕ ਗੱਲ ਸੁਣ ਲੈ ਮੇਰੀ ਗੱਲ, ਜਿੱਥੇ ਜਾਣਾ ਉੱਥੇ ਪਹਿਲਾ ਮੈਸੇਜ ਹੋਵੇ ਦੀਪ ਸਿੰਘ ਰਾਹੀ ਆਏਗਾ, ਉਹ ਤਾਂ ਜਾਣਦੇ ਨੇ ਇਹਨੂੰ। ਕਹਿੰਦਾ ਹਾਂ ਫੀਲਡ ਵਾਲੇ ਸਾਰੇ ਜਾਣਦੇ ਇਸ ਨੂੰ, ਹਰ ਜ਼ਿਲ੍ਹੇ 'ਚ ਜਾਣਦੇ ਇਸ ਨੂੰ। ਅਤੇ ਨੰਬਰ 2, ਤੈਂ ਕੰਪਨੀ ਕਰਨਾ ਹੋਊਗਾ 1-2 ਬੰਦਿਆਂ ਨੇ ਨਾਲ ਇਸ ਦੇ ਐਜ਼ ਸਿਕਿਉਰਿਟੀ। ਨੰਬਰ 3, ਇੱਥੋਂ ਵੀ ਤੁਸੀਂ ਘਰ 'ਤੇ ਵੀ ਇਹਦੀ ਸਿਕਿਉਰਿਟੀ ਲੈ ਕੇ ਚੱਲਣਾ ਨਾਲ, ਇਹ ਤੇਰੀ ਜ਼ਿੰਮੇਵਾਰੀ ਰਹੇਗੀ। ਅਤੇ ਇਸ ਕਰਕੇ ਮੈਂ ਨਹੀਂ ਚਾਹੁੰਦਾ ਕਿ ਇਸ ਦੇ ਨਾਲ ਕੋਈ ਧੱਕਾ ਹੋ ਜਾਏ। ਅਸੀਂ ਇਸ ਤੋਂ ਕੰਮ ਲੈਣੇ ਬਹੁਤ ਲੰਬੇ ਸਮੇਂ ਵਾਸਤੇ। ਬੰਦੇ ਬਹੁਤ ਔਖੇ ਤਿਆਰ ਹੁੰਦੇ ਹੈ, ਜਿਨ੍ਹਾਂ ਨੂੰ ਤਿਆਰ ਕਰਿਆ ਧੋਖੇ ਦੇ ਜਾਂਦੇ, ਇਹ ਬੰਦਾ ਟਿਕਾਊ ਲੱਗਦਾ ਮੈਨੂੰ। ਅਤੇ ਇਸ ਕਰਕੇ ਮੈਂ ਇਹ ਗੱਲਾਂ ਕਹਿ ਰਿਹਾ ਤੈਨੂੰ, ਇਹ ਚੌਹਾਨ ਨੂੰ ਕਹੀਆਂ ਉਹਨਾਂ ਨੇ। ਤੋ ਇਸ ਤਰ੍ਹਾਂ ਹੁਣ ਮੈਂ ਗੱਲ ਕਰਦਾ ਉਹ ਡਰਦੇ ਕਿਉਂ ਤੇ ਲੋਕ। ਇੱਕ ਮਲਥੇੜ ਜਗ੍ਹਾ ਹੈ ਜਿੱਥੋਂ ਸਾਹਿਬ ਦਾ ਇੱਕ ਨਾਂ 'ਤੇ ਕਾਂਚੀ ਰਾਮ ਹੈ, ਉਹ ਕਹਿੰਦੇ ਵੀ ਹੁੰਦੇ ਉਸ ਨੂੰ, ਅਜੇ ਹੈ ਉਹ, ਕਿ ਜਦੋਂ ਮਿਲਦੇ ਤੇ ਅਸੀਂ, ਅਤੇ ਉਹ ਕਹਿੰਦੇ ਹੁੰਦੇ ਤੇ ਹਾਂ ਬਈ ਨਵਾਂ ਰਾਸੀਏ ਕਿਆ ਹਾਲ ਹੈ, ਐਂ ਕਹਿ ਕੇ ਬੁਲਾਉਣ 'ਤੇ ਕਾਂਚੀ ਰਾਮ ਨੂੰ। ਮਲਥੇੜ ਪਿੰਡ ਦਾ ਸੀ, ਨੇਰ ਚੌਕ ਦੇ ਨਾਲ, ਤਹਿਸੀਲ ਉਹਨਾਂ ਦੀ ਮੰਡੀ ਪੈਂਦੀ ਹੈ, ਥੋੜ੍ਹਾ ਫਰਕ ਨਾਲ ਹੈ, ਸੁੰਦਰ ਨਗਰ ਔਰ ਮੰਡੀ ਦੇ ਵਿਚਾਲੇ। ਅਤੇ ਉਹ ਉੱਥੇ ਇੱਕ ਮੀਟਿੰਗ ਦੇ ਵਿੱਚ, ਉਹ ਪਿੰਡ ਹੋਰ ਸੀਗਾ ਕੋਈ, ਉਸ ਪਿੰਡ ਦੇ ਵਿੱਚ ਇੱਕ ਬੰਦੇ ਨੇ ਉੱਠ ਕੇ ਮੇਰੀ ਮੀਟਿੰਗ ਚੱਲਦੀ ਦੇ ਵਿੱਚ ਉੱਠ ਕੇ ਗੱਲ ਕਹੀ ਵੀ ਜੀ ਸਾਡੇ ਇਹ ਹਾਲ ਹੈ, ਇੱਥੇ ਦੀ ਮੀਆਂ ਕਹਿੰਦੇ ਉੱਧਰ ਇਹਨਾਂ ਰਾਜਪੂਤਾਂ ਨੂੰ, ਮੀਆਂ ਜੀ ਲੰਘੇ ਅਤੇ ਮੁੰਡਾ ਚਮਾਰਾਂ ਦਾ ਵਿਹੜਾ, ਉੱਥੇ ਦੀ ਸ਼ਾਰਟਕਟ ਜਾਂਦੇ, ਅਤੇ ਉਹ ਮੁੰਡਾ ਪੜ੍ਹਦਾ ਹੋਣਾ ਬੈਠਾ, ਉਹਦੇ ਖਿਆਲ ਨਹੀਂ ਕਰਿਆ ਉੱਥੇ ਜੈਦਿਆ ਕਹਿਣੀ ਪੈਂਦੀ ਹੈ ਰਾਜਪੂਤ ਨੂੰ, ਜੈਦਿਆ, ਦਿਆ ਮਤਲਬ ਦੇਵਤਾ, ਅਤੇ ਸ਼ਾਰਟਕਟ ਦਿਆ ਕਹਿੰਦੇ ਆ ਉਹ। ਅਤੇ ਪੰਡਤ ਮਿਲੇਗਾ ਤਾਂ ਉਹਨੂੰ ਚਰਨ ਬੰਦਨਾ ਕਹਿਣੀ ਪੈਂਦੀ ਹੈ। ਅਤੇ ਇਹ ਉਹਨਾਂ ਦੀ ਰੀਤੀ ਬਣੀ ਵੀ ਹੈ, ਪੁਰਾਣੇ ਰਿਵਾਜ਼ ਜਾਂ ਰੀਤੀ ਰਿਵਾਜ਼ ਬਣੇ ਹੋਏ, ਪਰੰਪਰਾ ਕਹਿ ਲਓ। ਤਾਂ ਇਸ ਤਰ੍ਹਾਂ ਕਰਕੇ ਉਹ ਕਹਿਣ ਲੱਗਿਆ ਵੀ
ਉਹ ਵਿਚਾਰਾ ਨਿਕਲ ਗਿਆ। ਮੁੰਡਾ ਪੜ੍ਹਦਾ ਰਿਹਾ ਅਤੇ ਉਹ ਮੀਆਂ ਜੀ ਨਿਕਲ ਗਏ। ਉਹ ਵਿਹੜੇ ਵਿੱਚ ਦੀ ਅੱਗੇ ਨਿਕਲ ਕੇ ਆਪਣੇ ਪਿੰਡ ਨੂੰ ਜਾ ਰਹੇ ਤੇ ਤਾਂ ਕਾਫੀ ਦੂਰ ਜਾ ਕੇ ਉਹ ਮੀਆਂ ਜੀ ਮੁੜ ਆਏ। ਮੁੜ ਕੇ ਆ ਕੇ ਜਦ ਨੂੰ ਮੁੰਡਾ ਆਪਣਾ ਉਹ ਪੜ੍ਹਾਈ ਛੱਡ ਕੇ ਵਿਹਲਾ ਹੋ ਗਿਆ ਅਤੇ ਉਹਨੇ ਜੈਦਿਆ ਬੋਲ ਦਿੱਤਾ। ਜੈਦਿਆ ਬੋਲਦੀ ਸਰ ਉਹਦੇ ਤੜਾਕ ਬੂਥੇ 'ਤੇ ਥੱਪੜ ਵੱਜਿਆ, ਮੁੰਡਾ ਗਸੀ ਖਾ ਕੇ ਗਿਰਿਆ। ਉਹਦੀ ਮਾਂ ਨੇ ਪੁੱਛਿਆ ਵੀ ਮੀਆਂ ਜੀ ਇਹ ਕਿਉਂ ਮਾਰਿਆ? ਉਹ ਕਹਿੰਦਾ ਜੇ ਤਾਂ ਇਹ ਪੜ੍ਹਦਾ, ਕੱਲ੍ਹ ਨੂੰ ਪੜ੍ਹ ਕੇ ਪਟਵਾਰੀ ਬਣ ਗਿਆ ਨਾ, ਸਾਡੀਆਂ ਤਾਂ ਜ਼ਮੀਨਾਂ ਦਾ ਬੇੜਾ ਗਰਕ ਕਰ ਦੂਗਾ। ਤੋ ਇਹ ਐਗਜ਼ਾਮਪਲ ਉੱਥੇ ਮੀਟਿੰਗ ਦੇ ਵਿੱਚ ਦਿੱਤੀ ਉਹਨਾਂ ਬੰਦਿਆਂ ਨੇ ਵੀ ਇਹ ਹਾਲਤ ਹੈ, ਇਸ ਕਰਕੇ ਡਰਦੇ ਮੂਵਮੈਂਟ 'ਚ ਵੀ ਨਹੀਂ ਥੇ ਲੋਕ ਜੁੜਦੇ। ਇਹ ਬਹੁਤ ਵੱਡੀ ਗੱਲ ਸੀ। ਮੈਨੂੰ ਪਤਾ ਮੈਨੂੰ ਕਿੰਨਾ ਸੰਘਰਸ਼ ਕਰਨਾ ਪਿਆ ਤਾਂ ਉਹਨਾਂ ਲੋਕਾਂ ਨੂੰ ਇੰਨੇ ਦਵੇ ਹੋਏ ਮੈਂਟਲੀ, ਮਤਲਬ ਉਹ ਇੱਕ ਕਿਸਮ ਦੇ ਗੁਲਾਮ ਤੇ ਉਹ ਬੰਦੇ ਮੈਂਟਲੀ ਸਲੇ। ਇਹ ਸਨ ਦੀਪ ਸਿੰਘ ਰਾਹੀ ਜਿਨ੍ਹਾਂ ਨੇ ਹਿਮਾਚਲ ਵਿੱਚ ਸਾਹਿਬ ਦੇ ਨਾਲ ਕਦਮ ਮਿਲਾ ਕੇ ਪਹਾੜਾਂ ਦੀਆਂ ਉੱਚੀਆਂ ਟੇਢੀਆਂ ਮੇਢੀਆਂ ਪਗਡੰਡੀਆਂ 'ਤੇ ਸਫ਼ਰ ਕਰਕੇ ਮੂਵਮੈਂਟ ਨੂੰ ਹੁਲਾਰਾ ਦੇਣ ਲਈ, ਮੂਵਮੈਂਟ ਨੂੰ ਤਕੜਾ ਕਰਨ ਲਈ ਆਪਣਾ ਖੂਨ ਪਸੀਨਾ ਤੱਕ ਆਪਣੇ ਦਸਵੰਧ ਦੀ ਕਿਰਤ ਵਿੱਚੋਂ ਕਮਾਈ ਕੱਢ ਕੇ ਮੂਵਮੈਂਟ ਦੇ ਹਿੱਸੇ ਲਾਇਆ ਅਤੇ ਸਾਹਿਬ ਦੇ ਮਿਸ਼ਨ ਨੂੰ ਮੰਜ਼ਿਲੇ ਮਕਸੂਦ ਤੱਕ ਪਹੁੰਚਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਅਤੇ ਅਸੀਂ ਇਹਨਾਂ ਲਫ਼ਜ਼ਾਂ ਨਾਲ ਅਲਵਿਦਾ ਲੈਂਦੇ ਹਾਂ ਕਿ ਸਾਹਿਬ ਕਹਿੰਦੇ ਹੁੰਦੇ ਸੀ ਕਿ ਪਹਿਲਾਂ ਬੰਦੇ ਦੇ ਪੁੱਤ ਬਣ ਜਾਓ, ਦੁਸ਼ਮਣ ਨੂੰ ਬੰਦੇ ਦੇ ਪੁੱਤ ਮੈਂ ਬਣਾ ਦਿਆਂਗਾ। ਅਲਵਿਦਾ।